ये गल गुरदास मान दे वल्लों है कि पंजाबी दोस्तों तुसीं मेरी गल सुन लो। नकोदर जिहड़ा लाडी शाह दा डेरा हैगा उत्थे मैं तीजे पातशाह गुरु अमरदास महाराज जी की शान के खिलाफ बोलिया सीगा। मैं सॉरी फील करने की बजाय अपने उस गाने के जरिए ये दसन की कोशिश की कि मैं बहुत चंगा हाँ और पग्गां वाले सरदार मेरा विरोध करते हैं। और जदों मैं गीत गा के हटदा तो उस तो बाद विरोध करने वाले धौना नीवियां सुट लेंदे आ। और जदों कोर्ट वालों मैनूं समन आउंदे आ मैं गुरु पातशाह जी की तौहीन करदा, लाडी शाह दे नाल तुलना करदा, तो मैं उन्हां समनां नूं भी टिच करके जाणदा। 295 ਇਹਦਾ मुकदमा दर्ज होया। गुरदास मान वालों डेरे ਦੇ ਵਿੱਚ ਜਦੋਂ ਇੱਕ ਪ੍ਰੋਗਰਾਮ ਇਨੋਗਰੇਟ ਕੀਤਾ ਗਿਆ ਉਹਦੇ ਦੌਰਾਨ ਜਿਹੜੇ ਗੁਰੂ ਅਮਰਦਾਸ ਜੀ ਹੈ ਉਹਨਾਂ ਨੂੰ ਲਾਡੀ ਸ਼ਾਹ ਦਾ ਡਿਸੈਂਡੈਂਟ ਦੱਸਿਆ ਗਿਆ, ਇੱਕੋ ਵੰਸ਼ ਦੱਸਿਆ ਗਿਆ। ਇਨ ਦਾ ਮੀਨਵਾਈਲ ਅੱਜ ਜਿਹੜੀ ਗੱਲ ਸਾਨੂੰ ਨਵੀਂ ਇੱਕ ਖਬਰ ਸੁਣੀ ਹੈ ਕਿ ਇਹਦੇ 'ਚ ਪੁਲਿਸ ਨੇ ਕੈਂਸਲੇਸ਼ਨ ਰਿਪੋਰਟ ਫਾਈਲ ਕਰ ਦਿੱਤੀ ਗਈ ਹੈ, ਨਾ ਕਿ ਕਿਸੇ ਕੰਪਲੇਂਟ ਨੂੰ ਇਨਫੋਰਮ ਕੀਤਾ ਗਿਆ ਹੈ ਪੁਲਿਸ ਵੱਲੋਂ। 295 ਇਹਦੇ ਵਿੱਚ ਇੱਕ ਆਮ ਬੰਦਾ ਹੋਵੇ ਉਹਨੂੰ ਤੇ ਜੇਲ੍ਹ ਜਾਣਾ ਹੀ ਪੈਂਦਾ ਹੈਗਾ, ਪਰ ਗੁਰਦਾਸ ਮਾਨ ਨੂੰ ਜੇਲ੍ਹ ਜਾਣਾ ਨਹੀਂ ਪਿਆ। ਮਤਲਬ ਕਾਨੂੰਨ ਦੇ ਵਿੱਚ ਕਿਤੇ ਕੋਈ ਘਾਟ ਰਹਿ ਗਈ ਜਾਂ ਪੈਰਵਾਈ 'ਚ ਘਾਟ ਰਹਿ ਗਈ, ਘਾਟ ਕਿੱਥੇ ਰਹਿ ਗਈ ਹੋਊਗੀ। ਸਟੇਟ ਦੀ ਨਿਆਂ ਪ੍ਰਣਾਲੀ ਦਾ ਸਿਸਟਮ ਹੈ ਉਹ ਕਿੱਦਾਂ ਇੱਕ ਵੱਡੇ ਚਿਹਰਿਆਂ ਦੇ ਵੱਡੇ ਨਾਮ ਦੇ ਹੱਥ ਦੇ ਵਿੱਚ ਖੇਡਦਾ ਆ, ਉਹ ਸਾਹਮਣੇ ਆ ਰਿਹਾ। ਔਰ ਲਗਾਤਾਰ ਹਰ ਤਰੀਕੇ ਦੇ ਉੱਤੇ ਅਸੀਂ ਜਾ ਰਹੇ ਹਾਂ। ਇਹਦੇ ਬਾਵਜੂਦ ਪੁਲਿਸ ਇਹ ਕਹਿੰਦੀ ਪਈ ਹੈ ਜੀ ਕੈਂਸਲੇਸ਼ਨ ਇਹਦੇ 'ਤੇ ਕੋਈ ਕੇਸ ਨਹੀਂ ਬਣਦਾ। ਜੇ ਕੇਸ ਨਹੀਂ ਬਣਦਾ ਫਿਰ ਤੁਸੀਂ ਉਹ ਧਾਰਾ ਕਿੱਦਾਂ ਲਾਤੀਆਂ, ਕਾਨੂੰਨ ਉਹ ਜਿਹੜਾ ਪਰਚਾ ਕਰਕੇ ਕਿੱਦਾਂ ਕਰ ਦਿੱਤਾ। ਇੱਕ ਪਾਸੇ ਪਰਚਾ ਕਰਦੇ ਪਏ, ਦੂਜੇ ਪਾਸੇ ਉਹਨੂੰ ਰੱਦ ਕਰਦੇ ਪਏ। ਕੀ ਕੁਝ ਕਹਿਣਾ ਚਾਹੁੰਦੇ ਹੋ ਉਹਨਾਂ ਲੋਕਾਂ ਨੂੰ ਜਿਹੜੇ ਗੁਰਦਾਸ ਮਾਨ ਦੇ ਫੈਨ ਨੇ ਔਰ ਜਿਨ੍ਹਾਂ ਨੂੰ ਸ਼ਾਇਦ ਇਹ ਲੱਗਦਾ ਹੋਊਗਾ ਕਿ ਉਹਨੇ ਗਾਣਾ ਗਾਤਾ, ਉਹਨੇ ਸਫਾਈ ਦੇ ਦਿੱਤੀ ਤੇ ਹੁਣ ਉਹ ਬਸ ਧੋ ਹੋ ਗਿਆ। ਗੁਰਦਾਸ ਮਾਨ ਜਿਹੜਾ ਇੱਕ ਟਾਈਮ 'ਤੇ ਵੀ ਗਾਣੇ ਗਾਉਂਦਾ ਰਿਹਾ ਕਿ ਜੱਟੀ ਫੁੱਟਬਾਲ ਵਰਗੀ ਸੁੱਤੀ ਪਈ ਵੀ ਸੌਣ ਨਾ ਦੇ। ਤੇ ਫਿਰ ਕੌਮ ਉਮੀਦ ਕਰੇ ਕਿ ਤੁਸੀਂ ਗੁਰਦਾਸ ਮਾਨ ਨੂੰ ਜ਼ਰੂਰ ਇੱਕ ਵਾਰ ਤੇ ਜੇਲ੍ਹ ਦੇ ਗੇਟ ਦੇ ਅੰਦਰ ਪਹੁੰਚਾਈ ਦਿਓਗੇ। ਆਪਣਾ ਸਾਂਝਾ ਪੰਜਾਬ ਟੀਵੀ ਤੇ ਦੋਸਤੋ ਤੁਹਾਡਾ ਸਵਾਗਤ। ਮੈਂ ਭੁਪਿੰਦਰ ਸਿੰਘ ਸੱਜਣ। ਦੋਸਤੋ ਗੁਰਦਾਸ ਮਾਨ ਪੰਜਾਬੀ ਗਾਇਕ ਜਿਹਨੂੰ ਪੰਜਾਬ ਦੇ ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਉਹ ਪੰਜਾਬੀ ਮਾਂ ਬੋਲੀ ਦਾ ਬਾਬਾ ਬੋੜ ਹੈ। ਉਹਦਾ ਨਵਾਂ ਗੀਤ ਆਇਆ ਪਿੱਛੇ ਜਿਹੇ, ਤੁਹਾਡੇ ਚੋਂ ਬਹੁਤਿਆਂ ਨੇ ਸੁਣਿਆ ਹੋਊਗਾ, ਗੱਲ ਸੁਣੋ ਪੰਜਾਬੀ ਦੋਸਤੋ। ਸੋ ਇਹ ਗੁਰਦਾਸ ਮਾਨ ਦਾ ਗਾਣਾ ਹੈਗਾ ਤੇ ਮੈਂ ਗੁਰਦਾਸ ਮਾਨ ਵੱਲੋਂ 2 ਲਾਈਨਾਂ ਬੋਲਣੀਆਂ ਨੇ। ਉਸ ਤੋਂ ਬਾਅਦ ਇੱਕ ਬੜੀ ਹੀ ਮਹੱਤਵਪੂਰਨ ਗੱਲ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ। ਦਰਸ਼ਕੋ, ਗੁਰਦਾਸ ਮਾਨ ਨੇ ਆਪਣੇ ਉਸ ਗੀਤ ਦੇ ਵਿੱਚ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਮੈਂ ਬਹੁਤ ਚੰਗਾ ਹੈਗਾ। ਗੁਰਦਾਸ ਮਾਨ ਅੱਜ ਉਹਦੀ ਨਕੋਦਰ ਦੀ ਕੋਰਟ ਦੇ ਵਿੱਚ ਪੇਸ਼ੀ ਸੀਗੀ। ਇਹ ਗੱਲ ਗੁਰਦਾਸ ਮਾਨ ਦੇ ਵੱਲੋਂ ਹੈ ਕਿ ਪੰਜਾਬੀ ਦੋਸਤੋ ਤੁਸੀਂ ਮੇਰੀ ਗੱਲ ਸੁਣ ਲਓ। ਨਕੋਦਰ ਜਿਹੜਾ ਲਾਡੀ ਸ਼ਾਹ ਦਾ ਡੇਰਾ ਹੈਗਾ ਉੱਥੇ ਮੈਂ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਦੀ ਸ਼ਾਨ ਦੇ ਖਿਲਾਫ ਬੋਲਿਆ ਸੀਗਾ। ਉਸ ਤੋਂ ਬਾਅਦ ਮੇਰੇ ਤੇ ਖਾਲਸਾ ਪੰਥ ਨੇ ਬਹੁਤ ਹੀ ਜ਼ਿਆਦਾ ਲੰਬੀ ਜੱਦੋ ਜਹਿਦ ਕਰਨ ਤੋਂ ਬਾਅਦ ਮੁਕੱਦਮਾ ਦਰਜ ਕਰਵਾਇਆ ਸੀਗਾ, ਪਰ ਮੈਂ ਸੌਰੀ ਫੀਲ ਕਰਨ ਦੀ ਬਜਾਏ ਆਪਣੇ ਉਸ ਗਾਣੇ ਦੇ ਜਰੀਏ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਮੈਂ ਬਹੁਤ ਚੰਗਾ ਹਾਂ ਔਰ ਪੱਗਾਂ ਵਾਲੇ ਸਰਦਾਰ ਮੇਰਾ ਵਿਰੋਧ ਕਰਦੇ ਆ। ਔਰ ਜਦੋਂ ਮੈਂ ਗੀਤ ਗਾ ਕੇ ਹਟਦਾ ਤਾਂ ਉਸ ਤੋਂ ਬਾਅਦ ਵਿਰੋਧ ਕਰਨ ਵਾਲੇ ਧੌਣਾ ਨੀਵੀਆਂ ਸੁੱਟ ਲੈਂਦੇ ਆ ਔਰ ਜਿਹੜੇ ਕਾਲੀਆਂ ਝੰਡੀਆਂ ਹੱਥਾਂ 'ਚ ਫੜੀਆਂ ਹੋਈਆਂ ਨੇ ਕਾਲੀਆਂ ਝੰਡੀਆਂ ਵੀ ਉਹ ਥੱਲੇ ਸੁੱਟ ਦਿੰਦੇ ਆ। ਔਰ ਜਦੋਂ ਕੋਰਟ ਵੱਲੋਂ ਮੈਨੂੰ ਸਮਨ ਆਉਂਦੇ ਆ ਮੈਂ ਗੁਰੂ ਪਾਤਸ਼ਾਹ ਜੀ ਦੀ ਤੌਹੀਨ ਕਰਦਾ, ਲਾਡੀ ਸ਼ਾਹ ਦੇ ਨਾਲ ਤੁਲਨਾ ਕਰਦਾ, ਤਾਂ ਮੈਂ ਉਹਨਾਂ ਸਮਨਾਂ ਨੂੰ ਵੀ ਟਿਚ ਕਰਕੇ ਜਾਣਦਾ। 295 ਇਹਦਾ ਮੁਕੱਦਮਾ ਦਰਜ ਹੋਇਆ। ਉਹਨੇ ਸੌਰੀ ਫੀਲ ਵੀ ਨਹੀਂ ਕੀਤਾ ਹੈ, ਨਾ ਅਦਾਲਤ ਵਿੱਚ ਇੱਕ ਵਾਰੀ ਵੀ ਪਹੁੰਚਿਆ ਹੈ। ਉੱਥੇ ਰਿਪੋਰਟ ਇਹ ਜਾਂਦੀ ਹੈ ਕਿ ਕਦੀ ਉਹ ਬਿਮਾਰ ਹੈ, ਕਦੀ ਉਹ ਇੱਥੇ ਹੈ ਨਹੀਂ, ਕਦੀ ਕੁਛ ਤੇ ਕਦੀ ਕੁਛ, ਜਦੋਂ ਕਿ ਉਹ ਹਰ ਜਗ੍ਹਾ ਹੀ ਹਾਜ਼ਰ ਹੈਗਾ। ਗਾਣਾ ਵੀ ਗਾਉਂਦਾ ਹੈਗਾ। ਦਿੱਲੀ ਧਰਨਾ ਲੱਗਦਾ ਜਦੋਂ ਕਿਸਾਨੀ ਸੰਘਰਸ਼, ਉੱਥੇ ਵੀ ਜਾਂਦਾ ਸਟੇਜ ਦੇ ਉੱਪਰ, ਭਾਵੇਂ ਉਹਨੂੰ ਨਹੀਂ ਚੜ੍ਹਨ ਦਿੱਤਾ ਜਾਂਦਾ। ਸੋ ਅੱਜ ਉਸ ਕੇਸ ਦੀ ਤਰੀਕ ਸੀਗੀ ਨਕੋਦਰ ਦੀ ਅਦਾਲਤ ਦੇ ਵਿੱਚ। ਇੱਧਰ ਤੁਸੀਂ ਦੇਖ ਸਕਦੇ ਹੋ ਚੰਡੀਗੜ੍ਹ ਤੋਂ ਹਾਈ ਕੋਰਟ ਦੇ ਵਕੀਲ ਸਾਹਿਬ ਆਏ ਹੋਏ ਨੇ। ਇਹ ਸਾਰੀ ਟੀਮ ਵਕੀਲਾਂ ਦੀ ਉੱਥੇ ਪਹੁੰਚੀ ਹੈ। ਅੱਜ ਉੱਥੇ ਕੋਰਟ ਦੇ ਵਿੱਚ ਕੀ ਹੋਇਆ ਉਹਦੇ ਬਾਬਤ ਗੱਲਬਾਤ ਕਰਾਂਗੇ ਔਰ ਵਕੀਲ ਸਾਹਿਬ ਦੀ ਜ਼ੁਬਾਨੀ ਸੁਣਾਂਗੇ ਕਿ ਨਕੋਦਰ ਉਹਨੇ ਉਸ ਡੇਰੇ ਦੇ ਵਿੱਚ ਸਟੇਜ ਦੇ ਉੱਪਰ ਬੋਲਦਿਆਂ ਹੋਇਆ ਕੀ ਆਖਿਆ ਸੀ, ਕੀ ਤੌਹੀਨ ਕੀਤੀ ਸੀ, ਕਿਉਂਕਿ ਸਾਨੂੰ ਇੱਕ ਭੁੱਲਣ ਦੀ ਬਹੁਤ ਜ਼ਿਆਦਾ ਆਦਤ ਹੈ, ਅਸੀਂ ਭੁੱਲ ਜਾਂਦੇ ਹਾਂ। ਦੁਬਾਰਾ ਇੱਕ ਵਾਰੀ ਤੁਹਾਨੂੰ ਯਾਦ ਕਰਾ ਦਿੰਦੇ ਹਾਂ। ਉਸ ਤੋਂ ਬਾਅਦ ਅੱਜ ਕੀ ਹੋਇਆ ਕੋਰਟ ਦੇ ਵਿੱਚ ਉਹਦੇ ਬਾਬਤ ਆਪਾਂ ਵਕੀਲ ਸਾਹਿਬ ਦੇ ਕੋਲੋਂ ਜਾਣਦੇ ਹਾਂ। ਗਿੱਲ ਸਾਹਿਬ, ਥੋੜ੍ਹਾ ਜਿਹਾ ਸੰਖੇਪ ਜਿਹੇ ਦੇ ਵਿੱਚ, ਮੈਨੂੰ ਲੱਗਦਾ ਕਿ ਸਾਡੇ ਦਰਸ਼ਕਾਂ ਨੂੰ ਵੈਸੇ ਤਾਂ ਪਤਾ ਹੀ ਹੈਗਾ, ਪਰ ਫਿਰ ਵੀ ਮੈਂ ਚਾਹੁੰਦਾ ਕਿ ਸੰਖੇਪ ਜਿਹੇ ਦੇ ਵਿੱਚ ਦੱਸ ਦਿਓ ਕਿ ਉੱਥੇ ਹੋਇਆ ਕੀ ਸੀਗਾ, ਇਹਨੇ ਵਜ੍ਹਾ ਕੀ ਸੀ ਬਣੀ ਮੁਕੱਦਮਾ ਦਰਜ। ਇਹ ਜਿਹੜਾ ਮਾਮਲਾ ਜੀ 26/8/2021 ਦਾ ਹੈ। ਗੁਰਦਾਸ ਮਾਨ ਵੱਲੋਂ ਡੇਰੇ ਦੇ ਵਿੱਚ ਜਦੋਂ ਇੱਕ ਪ੍ਰੋਗਰਾਮ ਇਨੋਗਰੇਟ ਕੀਤਾ ਗਿਆ ਉਹਦੇ ਦੌਰਾਨ
ਜਿਹੜੇ ਗੁਰੂ ਅਮਰਦਾਸ ਜੀ ਹੈ ਉਹਨਾਂ ਨੂੰ ਲਾਡੀ ਸ਼ਾਹ ਦਾ ਡਿਸੈਂਡੈਂਟ ਦੱਸਿਆ ਗਿਆ, ਇੱਕੋ ਵੰਸ਼ ਦੱਸਿਆ ਗਿਆ। ਇਸ ਕਰਕੇ ਜਿਹੜੇ ਸਿੱਖ ਜਥੇਬੰਦੀਆਂ ਸੀ ਉਹਨਾਂ 'ਚ ਕਾਫੀ ਰੋਸ ਸੀ। ਉਹਨਾਂ ਨੇ ਧਰਨਾ ਪ੍ਰਦਰਸ਼ਨ ਵੀ ਕੀਤਾ ਅਤੇ ਕਾਫੀ ਮੁਜ਼ਾਹਰਾ ਕਰਨ ਤੋਂ ਬਾਅਦ ਉੱਥੇ 200-300 ਦਾ ਜਦੋਂ ਇਕੱਠ ਹੋਇਆ, ਉਸ ਤੋਂ ਬਾਅਦ 3-4 ਦਿਨ ਧਰਨੇ ਲੱਗੇ। ਉਸ ਤੋਂ ਬਾਅਦ ਗੁਰਦਾਸ ਮਾਨ ਦੇ ਖਿਲਾਫ ਸਿਟੀ ਨਕੋਦਰ ਨੇ ਇੱਕ FIR ਦਰਜ ਕਰਤੀ 295 ਦੇ ਤਹਿਤ। ਪਰਚਾ ਦਰਜ ਕਰਨ ਤੋਂ ਬਾਅਦ ਜਿਹੜੀ ਸੈਸ਼ਨ ਕੋਰਟ ਹੈ ਉਹ ਜ਼ਮਾਨਤ ਦੀ ਅਰਜ਼ੀ ਗੁਰਦਾਸ ਮਾਨ ਦੀ ਰਿਜੈਕਟ ਕਰ ਦਿੰਦੀ ਹੈ। ਗੁਰਦਾਸ ਮਾਨ ਹਾਈ ਕੋਰਟ ਅਪਰੋਚ ਕਰਦਾ ਹੈ, ਹਾਈ ਕੋਰਟ ਇੰਟੈਰਿਮ ਬੇਲ ਹੋ ਜਾਂਦੀ ਹੈ। ਉਸ ਤੋਂ ਬਾਅਦ ਉਹਦੀ ਬੇਲ ਜਿਹੜੀ ਐਬਸਲੂਟ ਪੱਕੀ ਕਰ ਦਿੱਤੀ ਜਾਂਦੀ ਹੈ। ਫਿਲਹਾਲ ਇਹ ਗੱਲ ਦੀ ਘੜੀ ਹੈ ਜੀ, ਐਂਟੀਸਪੇਟਰੀ ਬੇਲ ਜੇ ਕਿਸੇ ਦੀ ਹੋ ਵੀ ਜਾਂਦੀ ਹੈ ਐਬਸਲੂਟ, ਤੇ ਇਹਦਾ ਮਤਲਬ ਇਹ ਨਹੀਂ ਹੈ ਟਰਾਇਲ ਕਨਕਲੂਡ ਨਹੀਂ ਹੋਊਗਾ। ਟਰਾਇਲ ਤਾਂ ਚੱਲਣਾ ਹੈ, ਨੀਚੇ ਕੇਸ ਤੇ ਚੱਲਣਾ। ਜਿਹੜੀ ਲੋਅਰ ਕੋਰਟ ਹੈ, ਜਿਹੜੀ ਮੈਜਿਸਟ੍ਰੇਟ ਕੋਰਟ ਹੈ, ਉੱਥੇ ਤਾਂ ਰਿਮਾਂਡ ਪੇਪਰ ਚੱਲਣੇ ਆ, ਅਰੈਸਟ ਹੋਏਗੀ ਫਾਰਮਲ। ਉਸ ਤੋਂ ਬਾਅਦ ਉਹ ਕੋਰਟ 'ਚ ਆ ਕੇ ਪੇਸ਼ ਹੋਏਗਾ। ਜਦ ਕਿ ਅਸੀਂ ਜਿਹੜੀ ਪੁਲਿਸ ਨੇ ਉਹ ਰਿਪੋਰਟ ਫਾਈਲ ਨਹੀਂ ਕੀਤੀ, ਅਸੀਂ ਇਹਦੇ ਵਿੱਚ 156 ਸਬ ਕਲੌਜ਼ 3 ਦੀ ਇੱਕ ਪ੍ਰੋਵੀਜ਼ਨ ਹੈਗੀ, ਅਸੀਂ ਉਹਦੇ ਤਹਿਤ ਇੱਕ ਐਪਲੀਕੇਸ਼ਨ ਮੂਵ ਕਰਤੀ ਕਿ ਇਨਵੈਸਟੀਗੇਸ਼ਨ ਕੰਪਲੀਟ ਕੀਤੀ ਜਾਵੇ ਅਤੇ ਚਲਾਨ ਪੇਸ਼ ਕੀਤਾ ਜਾਵੇ। ਇਨ ਦਾ ਮੀਨਵਾਈਲ ਅੱਜ ਜਿਹੜੀ ਗੱਲ ਸਾਨੂੰ ਨਵੀਂ ਇੱਕ ਖਬਰ ਸੁਣੀ ਹੈ ਕਿ ਇਹਦੇ 'ਚ ਪੁਲਿਸ ਨੇ ਕੈਂਸਲੇਸ਼ਨ ਰਿਪੋਰਟ ਫਾਈਲ ਕਰ ਦਿੱਤੀ ਗਈ ਹੈ, ਨਾ ਕਿ ਕਿਸੇ ਕੰਪਲੇਂਟ ਨੂੰ ਇਨਫੋਰਮ ਕੀਤਾ ਗਿਆ ਹੈ ਪੁਲਿਸ ਵੱਲੋਂ। ਜਦ ਕਿ 31 ਦਸੰਬਰ 2021 ਦੀ ਗੱਲ ਹੈ, ਕੰਪਲੇਨੈਂਟ ਨੇ ਭਾਈ ਹਰਜਿੰਦਰ ਸਿੰਘ ਜੀ ਅਤੇ ਭਾਈ ਮਨਜੀਤ ਸਿੰਘ ਜੀ ਜਿਹੜੇ ਹੈ, ਇਹਨਾਂ ਨੇ ਇੱਕ ਲੈਟਰ ਲਿਖੀ SSP ਨੂੰ ਕਿ ਸਾਨੂੰ ਇਹਦੇ ਬਾਰੇ ਜਿਹੜੀ ਇਨਕੁਆਇਰੀ ਕੀਤੀ ਜਾਵੇ, ਸਾਨੂੰ ਇਹਦਾ ਕੋਈ ਮਸਲੇ ਦਾ ਜਿਹੜਾ ਹੈਗਾ, ਜਿਹੜਾ ਤੁਸੀਂ FIR ਕੱਟੀ ਹੈ, FIR ਉੱਤੇ ਕੀ ਹੁਣ ਤੱਕ ਇਨਵੈਸਟੀਗੇਸ਼ਨ ਕੀ ਕੀਤੀ ਹੈ, ਸਾਨੂੰ ਉਹਦਾ ਸਟੇਟਸ ਦੱਸਿਆ ਜਾਵੇ। ਕੋਈ ਜਵਾਬ ਨਹੀਂ ਆਇਆ ਅਤੇ ਅੱਜ ਇੱਕ ਸਟੇਟ ਵਰਸਿਸ ਨਿਲ ਕਰਕੇ ਉਹਨੂੰ ਕੈਂਸਲ ਕਰ ਦਿੱਤਾ ਗਿਆ ਪਰਚੇ ਨੂੰ। ਅੱਛਾ, ਹੁਣ ਆਪਾਂ ਅੱਗੇ ਕੀ ਕਰੋਗੇ? ਆਪਾਂ ਹੈ ਕੋਈ ਰਾਹ? ਬਿਲਕੁਲ ਰਾਹ ਹੈਗਾ। ਜੇ UCR ਜਿਹੜੀ ਹੈਗੀ ਆ ਉਹ ਮੈਜਿਸਟ੍ਰੇਟ ਦੇ ਕੋਲ ਪਾਰ ਹੈ, ਉਹ ਐਕਸੈਪਟ ਕਰਦੇ ਕਿ ਨਹੀਂ ਕਰਦੇ, ਅਤੇ ਜਿਹੜੀ ਸਾਡੀ ਐਪਲੀਕੇਸ਼ਨ ਉਹਨੂੰ ਪ੍ਰਾਈਵੇਟ ਕੰਪਲੇਂਟ ਟਰੀਟ ਕਰਨਾ ਚਾਹੁੰਦੇ ਹੈ ਤਾਂ ਫਿਰ ਉੱਤੇ ਕੋਗਨੀਜ਼ੈਂਸ ਲੈ ਕੇ ਸਾਡੀ ਇੱਕ ਐਵੀਡੈਂਸ ਹੋ ਜਾਏਗੀ ਪ੍ਰੀਲਿਮਿਨਰੀ ਜਿਹਨੂੰ ਕਹਿੰਦੇ ਆ, ਅਤੇ ਉਸ ਤੋਂ ਬਾਅਦ 4 ਲੱਖ ਦੀ ਸਮਨਿੰਗ ਹੋ ਸਕਦੀ ਹੈ। ਵਕੀਲ ਸਾਹਿਬ, ਬੜੇ ਸੌਖੇ ਲਫ਼ਜ਼ਾਂ ਦੇ ਵਿੱਚ ਬਹੁਤ ਸਾਰੇ ਸੱਜਣ ਜਾਣਨਾ ਚਾਹੁੰਦੇ ਹੋਣਗੇ ਕਿ 295 ਇਹਦੇ ਵਿੱਚ ਇੱਕ ਆਮ ਬੰਦਾ ਹੋਵੇ, ਉਹਨੂੰ ਤਾਂ ਜੇਲ੍ਹ ਜਾਣਾ ਹੀ ਪੈਂਦਾ ਹੈਗਾ, ਪਰ ਗੁਰਦਾਸ ਮਾਨ ਨੂੰ ਜੇਲ੍ਹ ਜਾਣਾ ਨਹੀਂ ਪਿਆ। ਮਤਲਬ ਕਾਨੂੰਨ ਦੇ ਵਿੱਚ ਕਿਤੇ ਕੋਈ ਘਾਟ ਰਹਿ ਗਈ ਜਾਂ ਪੈਰਵਾਈ 'ਚ ਘਾਟ ਰਹਿ ਗਈ? ਘਾਟ ਕਿੱਥੇ ਰਹਿ ਗਈ ਹੋਊਗੀ? ਘਾਟ ਸਾਰੀ ਸਿਸਟਮ ਦੇ ਵਿੱਚ ਹੈ। ਸਾਨੂੰ ਤਾਂ ਅਸੀਂ ਇੱਕ ਆਮ ਆਦਮੀ ਪਾਰਟੀ ਆਈ ਹੈ, ਕੁਝ ਬਦਲਾਅ ਹੋਏਗਾ ਅਤੇ ਥੋੜ੍ਹਾ ਜਿਹਾ ਫਰਕ ਲਾਅ ਐਂਡ ਜਿਹੜਾ ਆਰਡਰ ਹੈ ਜਿਹੜਾ ਉੱਤੇ ਵੀ ਫਰਕ ਪਏਗਾ। ਇਹ ਫਰਕ ਤਾਂ ਨਹੀਂ ਪਿਆ, ਬਦਲਾਅ ਦੀ ਜਗ੍ਹਾ ਹੋਰ ਵੀ ਜਿਹੜਾ ਬੇੜਾ ਗਰਕ ਹੋ ਗਿਆ ਬਿਲਕੁਲ ਇਸ ਸਿਸਟਮ ਦਾ। ਇਸੀ ਸੇਮ ਕੇਸ ਦੇ ਅੰਡਰ ਇੱਕ ਲਾਇਰ ਵੀ 2 ਮਹੀਨੇ ਅੰਦਰ ਜੇਲ੍ਹ 'ਚ ਰਹਿ ਕੇ ਆਇਆ ਹੋਣਾ, ਤੁਹਾਨੂੰ ਪਤਾ ਹੋਣਾ, ਬੜੇ ਸਤਿਕਾਰਯੋਗ ਨੇ ਹਾਈ ਕੋਰਟ ਦੇ ਹੋਏ ਲਾਇਰ ਜਿਹੜੇ, ਉਹ 2 ਮਹੀਨੇ ਅੰਦਰ ਲੱਗੇ। ਕਿਸੇ ਇਹ ਕੋਈ ਵੱਖਰਾ ਥੋੜ੍ਹੀ ਹੈ। ਜੇ ਕਿਸੇ ਨੇ ਵੀ ਕਿਸੇ ਵੀ ਧਰਮ ਬਾਰੇ ਖਿਲਾਫ ਕੋਈ ਕਾਣ ਕੀਤਾ ਹੈ, ਕੋਈ ਟਿੱਪਣੀ ਕੀਤੀ ਹੈ, ਉਹਦੇ 'ਤੇ ਪਰਚਾ ਦਰਜ ਹੋਣਾ ਚਾਹੀਦਾ, ਟਰਾਇਲ ਚੱਲਣਾ ਚਾਹੀਦਾ ਹੈ। ਜਦੋਂ ਤੱਕ ਟਰਾਇਲ ਨਹੀਂ ਚੱਲੂਗਾ, ਉਹ ਬੰਦੇ ਨੂੰ ਸਜ਼ਾ ਨਹੀਂ ਹੋਊਗਾ, ਦੋਸ਼ੀ ਨਹੀਂ ਮੰਨਿਆ ਜਾਊਗਾ। ਇਹ ਫਿਰ ਜਿਹੜੇ ਇੰਨੇ ਬੰਦੇ ਮਸ਼ਹੂਰ ਨੇ, ਇਹਨਾਂ ਨੂੰ ਦੇਖ ਕੇ ਛੋਟੇ ਨੂੰ ਤਾਂ ਸਾਰਾ ਬੋਲਣਾ, ਉਹਦੇ ਨਾਲ ਸਾਰੀ ਜਿਹੜੀ ਪੀੜ੍ਹੀ ਹੈ, ਜਿਹੜੀ ਸਾਰੀ ਜਨਰੇਸ਼ਨ ਹੈ, ਉਹਦੇ 'ਤੇ ਕੀ ਪ੍ਰਭਾਵ ਪੈਣਾ ਤੁਸੀਂ ਆਪ ਸਿਆਣੇ ਹੋ। ਹੁਣ ਅਗਲੀ ਤਰੀਕ ਕਿੰਨੀ ਪਈ ਜੀ? ਅਗਲੀ ਤਰੀਕ ਹੁਣ 11 ਅਕਤੂਬਰ ਦੀ ਪਈ ਹੈ ਜੀ। ਉਸ ਦਿਨ ਜਿਹੜੇ ਇਹਨਾਂ ਨੇ 11 ਅਕਤੂਬਰ ਨੂੰ ਬਿਆਨ ਲੈਣੇ ਨੇ ਕੰਪਲੇਨੈਂਟ ਦੇ ਮੁਦਈ ਦੇ, ਕਿ ਉਹ ਆਬਜੈਕਸ਼ਨ ਰੇਜ਼ ਕਰਦੇ ਨੇ ਜਿਹੜੀ UCR ਰਿਪੋਰਟ ਹੋਈ ਹੈ, ਅਤੇ ਆਪਣੀ ਪ੍ਰਾਈਵੇਟ ਕੰਪਲੇਂਟ ਜੇ ਕੰਸੀਡਰ ਕਰਨਾ ਚਾਹੁੰਦੇ ਆ, ਉਹਦੇ ਤਹਿਤ ਵੀ ਆਪਣਾ ਮਾਮਲਾ ਜਿਹੜਾ ਉਹ ਜਾਰੀ ਰੱਖ ਸਕਦੇ ਨੇ। ਮਤਲਬ ਕਿ ਹਰਜਿੰਦਰ ਸਿੰਘ ਅਤੇ ਮਨਜੀਤ ਸਿੰਘ ਅਗਲੀ ਤਰੀਕ 'ਤੇ ਇਹਨਾਂ ਦੀ ਜ਼ਰੂਰਤ ਪਏਗੀ? ਬਿਲਕੁਲ ਜੀ, ਇਹਨਾਂ ਦੀ ਜ਼ਰੂਰਤ ਪਏਗੀ ਜ਼ਰੂਰ। ਨੋਬਲਜੀਤ ਸਿੰਘ ਜੀ ਵੀ ਹੈਗੇ ਨੇ ਆਵਾਜ਼ੇ ਕੌਮ ਜਥੇਬੰਦੀ ਤੋਂ, ਹਰਜਿੰਦਰ ਸਿੰਘ ਔਰ ਮਨਜੀਤ ਸਿੰਘ ਜਿਨ੍ਹਾਂ ਨੇ ਕੰਪਲੇਂਟ ਕੀਤੀ ਸੀਗੀ। ਆਪਾਂ ਥੋੜ੍ਹੀ ਜਿਹੀ ਗੱਲ ਉਹਨਾਂ ਨਾਲ ਵੀ ਕਰ ਲੈਂਦੇ ਹਾਂ। ਮਨਜੀਤ ਸਿੰਘ ਕਰਤਾਰਪੁਰ ਜੀ, ਮਨਜੀਤ ਸਿੰਘ ਜੀ, ਆਪਾਂ ਸੁਣੀ ਲਈ ਗੱਲ ਵਕੀਲ ਸਾਹਿਬ ਦੇ ਕੋਲੋਂ, ਕੀ ਕਹਿਣਾ ਚਾਹੁੰਦੇ ਹੋ? ਗੁਰਦਾਸ ਮਾਨ ਐਡੀ ਕੀ ਖਾਸ ਗੱਲ ਹੈਗੀ ਆ ਤੁਹਾਨੂੰ ਲੱਗਦਾ ਕਿ ਜਿਹੜਾ ਉਹਨੂੰ ਨਹੀਂ ਮਤਲਬ ਜੇਲ੍ਹ ਜਾਣਾ ਪੈ ਰਿਹਾ ਹੈਗਾ, ਨਾ ਉਹਨੂੰ ਥਾਣੇ ਜਾਣਾ ਪੈਂਦਾ ਹੈਗਾ, ਉਹਦੇ ਘਰੇ ਬੈਠਿਆਂ ਕੰਮ ਹੋ ਰਹੇ ਆ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ, ਇਹ ਸਾਰੇ ਕੇਸ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਗੁੜ ਕੇ ਸਾਹਮਣੇ ਆਈਆਂ। ਇੱਕ ਤਾਂ ਇਹ ਕਿ ਜਿਹੜਾ ਸਟੇਟ ਦੀ ਨਿਆਂ ਪ੍ਰਣਾਲੀ ਦਾ ਸਿਸਟਮ ਹੈ, ਉਹ ਕਿੱਦਾਂ ਇੱਕ ਵੱਡੇ ਚਿਹਰਿਆਂ ਦੇ ਵੱਡੇ ਨਾਮ ਦੇ ਹੱਥ ਦੇ ਵਿੱਚ ਖੇਡਦਾ ਆ, ਉਹ ਸਾਹਮਣੇ ਆ ਰਿਹਾ ਕਿ ਇੰਨੇ ਲੋਕਾਂ ਨੇ ਇਕੱਠੇ ਹੋ ਕੇ ਪੂਰੀ ਦੁਨੀਆ ਭਰ ਦੇ ਵਿੱਚ ਜਿਹੜੀ ਹੈਗੀ ਆ ਉਹ ਗੱਲਬਾਤ ਗਈ ਆ, ਪੂਰੀ ਦੁਨੀਆ ਲੈਵਲ ਦੇ ਉੱਤੇ ਇਹ ਗੱਲ ਇਹ ਹੈ ਕਿ ਜਿਹੜਾ ਹੈਗਾ ਐਡਾ ਵੱਡਾ ਹਾਦਸਾ ਜਾਂ ਐਡਾ ਵੱਡਾ ਬਿਆਨ ਗੁਰਦਾਸ ਮਾਨ ਨੇ ਦਿੱਤਾ, ਔਰ ਕਿੰਨੇ ਲੋਕਾਂ ਨੇ ਇਕੱਠੇ ਹੋ ਕੇ ਇਸ ਚੀਜ਼ ਦੇ ਉੱਤੇ, ਕਿੱਡੇ ਇਸ਼ੂ ਤੋਂ ਬਾਅਦ 'ਚੋਂ ਪਰਚਾ ਹੁੰਦਾ। ਫਿਰ ਉਹ ਪਰਚੇ ਤੋਂ ਬਾਅਦ 'ਚ ਵੀ ਇੱਕ ਦਿਨ ਵੀ ਗੁਰਦਾਸ ਮਾਨ ਦੇ ਉੱਤੇ ਕੋਈ ਇਨਵੈਸਟੀਗੇਸ਼ਨ ਵਾਲੀ ਗੱਲਬਾਤ ਨਹੀਂ ਹੁੰਦੀ, ਉਹ ਕੋਰਟ 'ਚ ਪੇਸ਼ ਨਹੀਂ ਹੁੰਦਾ। ਇੱਥੋਂ ਤੱਕ ਕਿ ਕੋਰਟ ਦੇ ਵਿੱਚ ਉਹਦਾ ਨਾਂ ਤੱਕ ਨਹੀਂ ਬੋਲਿਆ ਜਾਂਦਾ। ਉਹ ਸਟੇਟ ਵਰਸਸ ਹਰਜਿੰਦਰ ਸਿੰਘ ਜਾਂ ਮਨਜੀਤ ਸਿੰਘ ਜਾਂ ਪਰਮਜੀਤ ਸਿੰਘ ਕਾਲੀ ਜਾਂ ਉਹ ਕੰਪਲੇਨੈਂਟ ਦੇ ਨਾਂ 'ਤੇ ਆਉਣਗੇ, ਗੁਰਦਾਸ ਮਾਨ ਦਾ ਨਾਂ ਨਹੀਂ ਹੁੰਦਾ। ਅੱਛਾ, ਇਹ ਇੱਕ ਬੜੀ ਵੱਡੀ ਗੱਲ ਹੈਗੀ ਕਿ ਪੁਲਿਸ ਨੇ ਕਿੱਦਾਂ ਇੱਕ ਸਾਜ਼ਿਸ਼ ਦੇ ਤਹਿਤ ਸਾਰਾ ਇਹ ਰੋਲ ਅਦਾ ਕੀਤਾ। ਇੱਕ ਟਾਈਮ 'ਤੇ ਤਾਂ ਇਹ ਵੀ ਹੋਇਆ ਸੀਗਾ ਕਿ ਉਹਨੇ ਸਾਡੀ ਕੰਪਲੇਂਟ ਹੀ ਗੁੰਮ ਕਰਤੀ, ਜਦੋਂ ਹਾਈ ਕੋਰਟ ਤੋਂ ਉਹਨਾਂ ਨੇ ਲੋਅਰ ਕੋਰਟ ਜਿਹੜਾ ਹੈਗਾ ਕੇਸ ਭੇਜਿਆ ਹਾਈ ਕੋਰਟ ਦਾ।
ਤੇ ਉਹਨਾਂ ਨੇ ਕੰਪਲੇਂਟ ਵੀ ਜਿਹੜੀ ਸੀਗੀ ਅਸੀਂ ਦੁਬਾਰਾ ਜਿਹੜਾ ਹੈਗਾ ਕਹ ਲਓ ਕਿ ਇੱਕ ਐਲੀਗੇਸ਼ਨ ਲਾ ਕੇ ਉਹਨੂੰ ਜਿਹੜਾ ਹੈਗਾ ਉਹਨੂੰ ਕਰਵਾਇਆ ਚਾਲੂ ਕਰਾਇਆ ਔਰ ਲਗਾਤਾਰ ਹਰ ਤਰੀਕੇ ਦੇ ਉੱਤੇ ਅਸੀਂ ਜਾ ਰਹੇ ਹਾਂ। ਇਹਦੇ ਬਾਵਜੂਦ ਪੁਲਿਸ ਇਹ ਕਹਿੰਦੀ ਪਈ ਹੈ ਜੀ ਕੈਂਸਲੇਸ਼ਨ ਇਹਦੇ ਤੇ ਕੋਈ ਕੇਸ ਨਹੀਂ ਬਣਦਾ। ਜੇ ਕੇਸ ਨਹੀਂ ਬਣਦਾ ਫਿਰ ਤੁਸੀਂ ਉਹ ਧਾਰਾ ਕਿੱਦਾਂ ਲਾਤੀਆਂ ਕਾਨੂੰਨ ਉਹ ਜਿਹੜਾ ਪਰਚਾ ਕਰਕੇ ਕਿੱਦਾਂ ਕਰ ਦਿੱਤਾ। ਇੱਕ ਪਾਸੇ ਪਰਚਾ ਕਰਦੇ ਪਏ ਦੂਜੇ ਪਾਸੇ ਉਹਨੂੰ ਰੱਦ ਕਰਦੇ ਪਏ। ਤਾਂ ਇਹ ਕੋਈ ਲੁਕੀ ਛਿਪੀ ਕੋਈ ਇਦਾਂ ਦੀ ਹਿਡਨ ਕੋਈ ਕਾਰਵਾਈ ਤੇ ਹੈ ਨਹੀਂ ਸੀ ਵੀ ਕੋਈ ਅੰਡਰਗਰਾਉਂਡ ਐਕਟੀਵਿਟੀ ਹੋਈ ਹੈ ਜਿਹਦੇ ਬਾਰੇ ਕੁਝ ਪਤਾ ਨਹੀਂ ਸੀ। ਸਾਰਾ ਕੁਝ ਓਪਨਲੀ ਪਿਆ, ਕਲੀਅਰ ਕੱਟ ਪਿਆ, ਵੀਡੀਓ ਪਏ ਇੱਥੋਂ ਤੱਕ ਕਿ ਜਿਹਦੇ ਤੇ ਐਲੀਗੇਸ਼ਨ ਹੈ ਉਹ ਖੁਦ ਮੰਨਦਾ ਪਿਆ ਆ। ਉਹਦੀਆਂ ਲੱਖਾਂ ਵੀਡੀਓ YouTube ਤੇ ਚੜ ਰਹੀਆਂ। ਆ ਰੀਸੈਂਟਲੀ ਉਹਦਾ ਗਾਣਾ ਆਇਆ ਉਹਦੇ ਵਿੱਚ ਉਹ ਖੁਦ ਕਹਿ ਰਿਹਾ ਵੀ ਮੈਂ ਗਾਲ ਕੱਢੀ ਹੈ। ਉਹ ਗਾਣੇ 'ਚ ਆਪ ਮੰਨਦਾ ਪਿਆ ਵੀ ਮੈਂ ਕੱਢੀ ਹੈ ਗਾਲ। ਹੁਣ ਇਹੋ ਜਿਹੇ ਬੰਦੇ ਦੇ ਉੱਤੇ ਜਿਹੜਾ ਹੈਗਾ ਤੁਸੀਂ ਦੇਖੋ ਉਹ ਜਿਹੜਾ ਲਾਅ ਹੈਗਾ ਉਹ ਕਿੱਦਾਂ ਕੰਮ ਕਰਦਾ ਪਿਆ। ਸੋ ਇਹ ਪੱਖਪਾਤੀ ਲਾਅ ਆਇਆ ਇਸ ਵੇਲੇ ਤਾਂ ਅਸੀਂ ਇਹ ਕਹਿ ਸਕਦੇ ਹਾਂ। ਕੁਝ ਕਹਿਣਾ ਚਾਹੁੰਦੇ ਹੋ? ਗੁਰਦਾਸ ਮਾਨ ਦੇ ਫੈਨ ਬੜੇ ਹੈਗੇ ਆ। ਜਿਹੜਾ ਹੁਣ ਨਵਾਂ ਗੀਤ ਆਇਆ ਹੈਗਾ ਗੱਲ ਸੁਣੋ ਪੰਜਾਬੀ ਦੋਸਤੋ, ਹੁਣ ਜਿਹੜੇ ਉਹਦੇ ਪੰਜਾਬੀ ਦੋਸਤ ਆ ਮੈਂ ਵੇਖਦਾ ਕਿ ਥੱਲੇ ਕਮੈਂਟ ਵੀ ਕਰਦੇ ਹੈਗੇ ਆ, ਉਹਦੇ ਹੱਕ ਦੇ ਵਿੱਚ ਭੁਗਤਦੇ ਆ ਔਰ ਗੁਰਦਾਸ ਮਾਨ ਦੇ ਹੱਕ ਵਿੱਚ ਪੋਸਟਾਂ ਵੀ ਪਾਉਂਦੇ ਹੈਗੇ ਆ। ਕੀ ਕੁਝ ਕਹਿਣਾ ਚਾਹੁੰਦੇ ਹੋ ਉਹਨਾਂ ਲੋਕਾਂ ਨੂੰ ਜਿਹੜੇ ਗੁਰਦਾਸ ਮਾਨ ਦੇ ਫੈਨ ਨੇ ਔਰ ਜਿਹਨਾਂ ਨੂੰ ਸ਼ਾਇਦ ਇਹ ਲੱਗਦਾ ਹੋਊਗਾ ਕਿ ਉਹਨੇ ਗਾਣਾ ਗਾਤਾ, ਉਹਨੇ ਸਫਾਈ ਦੇ ਦਿੱਤੀ ਅਤੇ ਹੁਣ ਉਹ ਬਸ ਧੋ ਹੋ ਗਿਆ? ਦੇਖੋ ਵੈਸੇ ਤਾਂ ਇੱਕ ਗੱਲ ਇਹ ਹੈਗੀ ਆ ਕਿ ਭੇਡਾਂ ਬੱਕਰੀਆਂ ਦੇ ਨਾ ਝੁੰਡ ਬਹੁਤ ਵੱਡੇ ਵੱਡੇ ਹੁੰਦੇ ਆ। ਸ਼ੇਰਾਂ ਦੇ ਕਦੇ ਝੁੰਡ ਨਹੀਂ ਹੁੰਦੇ, ਉਹਨਾਂ ਦੀ ਗਿਣਤੀ ਬਹੁਤ ਥੋੜ੍ਹੀ ਹੁੰਦੀ। ਇਹੀ ਗੱਲ ਜਿਹੜੀ ਹੈਗੀ ਆ ਲਾਈ ਲੱਗ ਲੋਕਾਂ ਅਤੇ ਸਿਆਣੇ ਲੋਕਾਂ ਦੇ ਉੱਤੇ ਲਾਗੂ ਹੁੰਦੀ ਹੈ। ਲਾਈ ਲੱਗਾਂ ਦੀ ਭੀੜ ਬਹੁਤ ਜ਼ਿਆਦਾ ਹੁੰਦੀ ਹੈ, ਸਿਆਣੇ ਉਹਨਾਂ ਦੇ ਵਿੱਚੋਂ ਕੁਛ ਗਿਣਤੀ ਦੇ ਹੀ ਹੁੰਦੇ ਆ। ਦੂਸਰੀ ਗੱਲ ਜਿਹੜੇ ਲਾਈ ਲੱਗ ਉਹਨਾਂ ਨੂੰ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਜਦੋਂ ਗੁਰਦਾਸ ਮਾਨ ਕੋਈ ਚੀਜ਼ ਨੂੰ ਪਰੋਸਦਾ ਨਾ ਉਹਦਾ ਇੱਕ ਤਰੀਕਾ ਆ। ਉਹ ਜ਼ਹਿਰ ਸਿੱਧੀ ਨਹੀਂ ਦਿੰਦਾ, ਉਹਨੂੰ ਪਤਾ ਹੈ ਵੀ ਕੌੜੀ ਲੱਗੂਗੀ। ਉਹ ਹਮੇਸ਼ਾ ਸ਼ਹਿਦ 'ਚ ਲਪੇਟ ਕੇ ਦਿੰਦਾ ਵੀ 10 ਕੁ ਗੱਲਾਂ ਚੰਗੀਆਂ ਸਿਆਣੀਆਂ ਮੱਤ ਜਿਹੀਆਂ ਵਾਲਿਆਂ ਕਰਕੇ ਨਾ ਉਹਦੇ ਵਿੱਚ ਆਪਣੀ ਗੱਲ ਰੱਖਣੀ। ਜਿੱਦਾਂ ਇਹਦੇ ਪੁਰਾਣੇ ਸਮੇਂ ਤੋਂ ਦੇਖ ਲਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਿੰਨੇ ਵੀ ਇਹਨੇ ਗੀਤ ਗਾਏ ਆ ਉਹਦੇ ਵਿੱਚ ਚੰਗੀਆਂ ਚੰਗੀਆਂ ਗੱਲਾਂ ਕਰਕੇ ਐਂਡ ਜਿਹੜਾ ਨਿਚੋੜ ਕੱਢਦਾ ਨਾ ਉਹ ਨਿਚੋੜ ਉਹ ਹੁੰਦਾ ਜਿਹੜਾ ਲਗਾਤਾਰ ਖਾਸ ਕਰਕੇ ਪਾਰਟੀਕੂਲਰ ਸਿੱਖ ਧਰਮ ਨੂੰ ਟਾਰਗੇਟ ਕਰਕੇ ਇਹਨੇ ਕੰਮ ਕੀਤਾ। ਕਿਉਂਕਿ ਇਹ ਸਟੇਟ ਦਾ ਪਲਾਂਟ ਕੀਤਾ ਹੋਇਆ ਬੰਦਾ, ਸਟੇਟ ਉਹਨੂੰ ਤਾਕਤ ਵੀ ਦਿੰਦੀ ਹੈ, ਉਹਨੂੰ ਆਈਡੀਆ ਵੀ ਦਿੰਦੀ ਹੈ, ਉਹਨੂੰ ਤਰੀਕਾ ਵੀ ਦੱਸਦੀ ਹੈ ਉਹ ਕਿੱਥੋਂ ਥਿੜਕਦਾ ਕਿੱਥੋਂ ਡੋਲਦਾ, ਕਿੰਨੀ ਕੁ ਗੱਲ ਰੱਖਣੀ ਕਿੰਨੀ ਨਹੀਂ ਰੱਖਣੀ। ਕਿਉਂਕਿ ਉਹਨਾਂ ਦੇ ਕੋਲ ਸਾਰੇ ਤੰਤਰ ਤਿਆਰ ਹੁੰਦੇ ਆ ਇਹਨਾਂ ਚੀਜ਼ਾਂ ਦੇ ਲਈ। ਉਹ ਗਾਈਡ ਕਰਦੇ ਬੰਦੇ ਨੂੰ ਵੀ ਤੂੰ ਇਸ ਤਰੀਕੇ ਦੇ ਨਾਲ ਚੱਲ। ਇਹਦਾ ਪੁਰਾਣੇ ਪਿਛੋਕੜ ਤੋਂ ਲੈ ਕੇ ਐਂਡ ਤੱਕ ਅੱਜ ਦਾ ਤੁਸੀਂ ਦੇਖੋਗੇ ਤਾਂ ਇਹ ਤਾਂ ਲਗਾਤਾਰ ਇਹਨੇ ਨਾ ਸਿੱਖੀ ਦੇ ਉੱਤੇ ਅਟੈਕ ਕੀਤੇ ਆ ਸਟੈਪ ਬਾਈ ਸਟੈਪ। ਜਿਸ ਟਾਈਮ ਦੇ ਉੱਤੇ ਪੰਜਾਬ ਦੇ ਵਿੱਚ ਪੂਰਾ ਪੰਜਾਬ ਆਪ ਦੇ ਹੱਕਾਂ ਦੀ ਲੜਾਈ ਲੜਦਾ ਪਿਆ ਸੀ, ਖਾਸ ਕਰਕੇ ਸਿੱਖ ਜਿਹੜੇ ਹੈਗੇ ਆ ਜਿੱਦਾਂ ਨਾ ਸਟੇਟ ਨੇ ਜਿੱਦਾਂ ਕੁਚਲਿਆ, ਉਹ ਜਦੋਂ ਪੰਥ ਜਦੋਂ ਉਹ ਧਰਮ ਨਾਲ ਜੁੜਨ ਦੀ ਗੱਲ ਕਰਦੇ ਆ, ਜਦੋਂ ਉਹ ਬਾਣੀ ਨਾਲ ਜੁੜਨ ਦੀ ਗੱਲ ਕਰਦੇ ਹੈਗੇ, ਅਤੇ ਗੁਰਦਾਸ ਮਾਨ ਉਸ ਟਾਈਮ ਦੇ ਉੱਤੇ ਜਦੋਂ ਇਹ ਆਪ ਦੀ ਯੰਗ ਏਜ ਦੇ ਵਿੱਚ ਸੀਗਾ ਅਤੇ ਹਜੇ ਨਵਾਂ ਨਵਾਂ ਫੁੱਟ ਰਿਹਾ ਸੀ, ਉਦੋਂ ਇਹਦਾ ਇੱਕ ਗਾਣਾ ਆਇਆ ਸੀਗਾ ਕਿ ਧੋਤੀ ਪੋਥੀ ਛੱਡੋ ਦਿਲ ਸਾਫ਼ ਹੋਣਾ ਚਾਹੀਦਾ। ਉਹ ਸਾਰਾ ਨੌਜਵਾਨਾਂ ਨੂੰ ਟਾਰਗੇਟ ਕਰਕੇ ਇਹਨੇ ਗੀਤ ਗਾਇਆ ਸੀਗਾ। ਹੁਣ ਸਿੱਖਾਂ ਅੰਦਰ ਪੋਥੀ ਪਰਮੇਸ਼ਰ ਕਾ ਥਾਨ, ਪੋਥੀ ਨੂੰ ਪਰਮੇਸ਼ਰ ਦਾ ਥਾਨ ਦਿੱਤਾ, ਐਡਾ ਸਤਿਕਾਰ ਪੋਥੀ ਨੂੰ ਦਿੱਤਾ। ਅਤੇ ਇਹ ਕਹਿੰਦਾ ਧੋਤੀ ਪੋਥੀ ਛੱਡੋ ਦਿਲ ਸਾਫ਼ ਹੋਣਾ ਚਾਹੀਦਾ, ਬਾਕੀ ਦੀਆਂ ਗੱਲਾਂ ਛੱਡੋ, ਹੈ ਨਾ। ਤੋ ਇੱਦਾਂ ਹੀ ਇਹ ਸਮੇਂ-ਸਮੇਂ 'ਤੇ ਇਹ ਜਦੋਂ ਇਹਨੇ ਡੇਰੇ ਨੂੰ ਪ੍ਰਮੋਟ ਕਰਨਾ ਸਟਾਰਟ ਕੀਤਾ। ਇਨਫੈਕਟ ਜਿੱਦਾਂ ਅੱਜ ਜਿਹੜਾ ਗੁਰਦਾਸ ਮਾਨ ਨੂੰ ਬਾਬਾ ਬੋੜ ਕਿਹਾ ਜਾਂਦਾ, ਗੁਰਦਾਸ ਮਾਨ ਦੇ ਪੁਰਾਣੇ ਗਾਣੇ ਚੱਕ ਕੇ ਦੇਖੋ, ਇੰਨੇ ਕੁ ਲੱਚਰ ਹੈ, ਸ਼ਾਇਦ ਮੈਂ ਜੇ ਹੁਣ ਬਿਆਨ ਕਰਾਂ ਨਾ ਤਾਂ ਮੇਰੀ ਸ਼ਰਮ ਨਾਲ ਅੱਖ ਝੁਕ ਜਾਵੇ। ਪਰ ਮਜਬੂਰੀ ਆ ਵੀ ਜਿਹੜੇ ਇਹ ਲੋਕ ਜਿਹੜੇ ਉਹਦੇ ਕਹਿ ਲਓ ਵੀ ਪਿੱਛੇ ਲੱਗੇ ਹੋਏ ਆ, ਉਹਨਾਂ ਨੂੰ ਦੱਸਣਾ ਜ਼ਰੂਰੀ ਵੀ ਇਹ ਉਹੀ ਗੁਰਦਾਸ ਮਾਨ ਆ ਜਿਹੜਾ ਇੱਕ ਟਾਈਮ 'ਤੇ ਵੀ ਗਾਣੇ ਗਾਉਂਦਾ ਰਿਹਾ ਕਿ ਜੱਟੀ ਫੁੱਟਬਾਲ ਵਰਗੀ ਸੁੱਤੀ ਪਈ ਵੀ ਸੌਣ ਨਾ ਦੇਵੇ। ਇਹ ਵੀ ਇਹਦੇ ਗਾਣੇ ਸੀਗੇ। ਇੱਕ ਕਿਤੇ ਨਸ਼ਿਆਂ ਨੂੰ ਪ੍ਰਮੋਟ ਵੀ ਕਰਦਾ, ਕਿਤੇ ਲੱਤ ਵੀ ਮਾਰਦਾ। ਕਨਫਿਊਜ਼ਨ ਬੰਦਿਆਂ ਨੂੰ ਲੱਗਦਾ ਵੀ ਇਹ ਚੰਗੀ ਗੱਲ ਕਰ ਰਿਹਾ, ਹੈ ਨਾ। ਉਹ ਪੰਜਾਬ ਦੀ ਗੱਲ ਕਰਦਾ ਕਰਦਾ ਇਹ ਵੀ ਕਹਿੰਦਾ ਵੀ ਘਰ ਦੀ ਸ਼ਰਾਬ ਹੋਵੇ, ਆਪਣਾ ਪੰਜਾਬ ਹੋਵੇ। ਆਪਣੇ ਪੰਜਾਬ ਦੀ ਗੱਲ ਤਾਂ ਕਰਤੀ, ਪਰ ਪੰਜਾਬ ਨੂੰ ਕਿੱਦਾਂ ਦਾ ਰਿਪਰੈਜ਼ੈਂਟ ਕਰਦਾ ਪਿਆ ਵੀ ਬਾਣ 'ਤੇ ਬੈਠਾ ਬੰਦਾ ਸ਼ਰਾਬ ਪੀ ਰਿਹਾ, ਪੰਜਾਬ ਨੂੰ ਇਹ ਪ੍ਰੈਜ਼ੈਂਟ ਕਰ। ਜਦ ਕਿ ਸਲੋਗਨ ਕੀ ਰਹੇ ਆ ਹਿਸਟਰੀ ਦੇ ਵਿੱਚ ਕਿ ਪੰਜਾਬ ਵੱਸਦਾ ਗੁਰਾਂ ਦੇ ਨਾਂ 'ਤੇ, ਅਤੇ ਇਹ ਕਹਿੰਦਾ ਪੰਜਾਬ ਉਹ ਆ ਜਿੱਥੇ ਘਰ ਦੀ ਸ਼ਰਾਬ ਚੱਲਦੀ ਹੈ। ਤੋ ਜਦੋਂ ਇੱਕ ਬੰਦਾ ਰਿਪਰੈਜ਼ੈਂਟ ਕਰਦਾ ਚੀਜ਼ਾਂ ਨੂੰ, ਉਹਦੇ ਵਿੱਚ ਉਹਦੀ ਮਾਨਸਿਕਤਾ ਝਲਕਦੀ ਹੈ। ਫਿਰ ਜਦੋਂ ਇਹਨੇ ਡੇਰੇ ਨੂੰ ਪ੍ਰਮੋਟ ਕਰਨਾ ਸਟਾਰਟ ਕੀਤਾ, ਜਿਹੜਾ ਹੁਣ ਡੇਰੇ ਦਾ ਇਸ ਵੇਲੇ ਇਹ ਜ਼ਿਆਦਾ ਉਪਾਸ਼ਕ ਬਣਿਆ ਹੋਇਆ ਅਤੇ ਸ਼ਾਇਦ ਉਹਦਾ ਸੰਚਾਲਕ ਵੀ ਆ। ਬਾਹਰਲੇ ਸਿੱਖਾਂ ਜਦੋਂ ਬਾਹਰ ਜਾਂਦਾ ਸ਼ੋਅ ਲਾਉਣ, ਕਿਉਂਕਿ ਉੱਥੋਂ ਮੋਟੀ ਰਕਮ ਵੀ ਆਉਂਦੀ ਹੈਗੀ ਆ, ਬਾਹਰ ਕੁਝ ਸਿੱਖਾਂ ਨੇ ਇਹਨੂੰ ਰੋਕ ਕੇ ਇਹਨੂੰ ਸਵਾਲ ਕੀਤੇ ਸੀ ਵੀ ਤੂੰ ਉਹ ਡੇਰੇ ਦੀ ਕੋਈ ਇੱਕ ਦੇਣ ਦੱਸ ਪੰਜਾਬ ਨੂੰ ਕੀ ਆ। ਕੋਈ ਦੇਣ ਹੋਊਗੀ ਨਾ ਜਿਸ ਡੇਰੇ ਨੂੰ ਤੂੰ ਪ੍ਰਮੋਟ ਕਰ ਰਿਹਾ। ਉਹਨੇ ਪੰਜਾਬ ਲਈ ਕੀ ਕੀਤਾ? ਉਹਨੇ ਕਿਸਾਨੀ ਲਈ ਕੁਛ ਕੀਤਾ, ਉਹਨੇ ਜਵਾਨੀ ਲਈ ਕੁਛ ਕੀਤਾ, ਉਹਨੇ ਪੰਥ ਲਈ ਕੁਛ ਕੀਤਾ। ਕੁਛ ਹਿਸਟਰੀ ਦੇ ਵਿੱਚ ਕੋਈ ਦੀ ਦੇਣ ਦੱਸ। ਜਦੋਂ ਇਹਨੂੰ ਕੋਈ ਜਵਾਬ ਨਾ ਆਇਆ ਨਾ, ਤੇ ਇਹਨੇ ਗਾਣੇ ਦੇ ਵਿੱਚ ਆਪ ਦੀ ਆ ਕੇ ਰੜਕ ਕੱਢੀ, ਕਿਉਂਕਿ ਉਹ ਪੰਥ ਦਰਦੀ ਸੀ। ਗੁਰੂ ਨਾਨਕ ਦੇ 13 ਤੋਲਣ ਵਾਲੇ ਬੰਦੇ ਸੀ। ਅਤੇ ਇਹਨੇ ਇਹ ਗੱਲ ਕਹੀ ਆ ਕੇ, ਕਹਿੰਦਾ
ਕਿਉਂਕਿ ਇਹੀ ਆਪਣੇ ਗਾਣਿਆਂ 'ਚ ਕਿਸੇ ਟਾਈਮ ਤੇ ਕਹਿੰਦਾ ਹੁੰਦਾ ਸੀ, ਇੱਕ ਦੀ ਹੋ ਜਾ ਇੱਕ ਦੀ ਬਣ ਜਾ, ਇੱਕ ਨੂੰ ਗੱਲ ਨਾਲ ਲਾ ਕੇ। ਜਦੋਂ ਸਿੰਘਾਂ ਨੇ ਇਹਨੂੰ ਸਵਾਲ ਕੀਤੇ, ਫਿਰ ਇਹ ਆ ਕੇ ਗਾਣਾ ਗਾਉਂਦਾ ਪਿਆ, ਕਹਿੰਦਾ ਸਾਡੀ ਜਿੱਥੇ ਲੱਗੀ ਆ ਤੇ ਲੱਗੀ ਰਹਿਣ ਦੇ। ਫਿਰ ਇਹ ਗੁਰੂ ਨਾਨਕ ਪਾਤਸ਼ਾਹ ਦੇ 13 ਤੋਂ ਉੱਪਰ ਦੀ ਗੱਲ ਕਰਦਾ, ਕਹਿ ਰਿਹਾ, ਕਹਿੰਦਾ 13 ਦੂਣਾ 26 ਹੈ, ਦੂਣ ਪਾ ਰਿਹਾ ਵੀ 13 ਦੂਣਾ 26 ਹੈ ਤੇ 26 ਰਹਿਣ ਦੇ, ਸਾਡੀ ਜਿੱਥੇ ਲੱਗੀ ਆ ਤੇ ਲੱਗੀ ਰਹਿਣ ਦੇ। ਹੁਣ ਇਹਨਾਂ ਗੱਲਾਂ ਦੇ ਕੀ ਅਰਥ ਨੇ? ਇੱਥੇ ਤੱਕ ਸਾਰੇ ਲੋਕ ਨਹੀਂ ਜਾਂਦੇ ਹੁੰਦੇ, ਉਹ ਕੁਛ ਹੀ ਹੁੰਦੇ ਜਿਹੜੇ ਉਹ ਸੁਹਿਰਦਤਾ ਤੱਕ ਜਾਂਦੇ ਹੈ ਨਾ ਇਹਨਾਂ ਚੀਜ਼ਾਂ ਦੀ। ਫਿਰ ਜਦੋਂ ਉੱਧਰੋਂ, ਕਿਉਂਕਿ ਬਾਹਰ ਸਿੰਘਾਂ ਨੇ ਟਾਰਗੇਟ ਕੀਤਾ ਸੀ, ਫਿਰ ਇੱਥੇ ਆ ਕੇ ਉਹਨਾਂ ਸਿੰਘਾਂ ਦੇ ਖਿਲਾਫ ਪੜਾਸ ਕੱਢਦਾ ਹੋਇਆ ਇਹ ਗੱਲ ਕਹਿੰਦਾ ਜਿਹੜੇ ਮੁਲਕ ਦਾ ਖਾਈਏ ਉਹਦਾ ਬੁਰਾ ਨਹੀਂ ਮੰਗੀਦਾ, ਲੱਖ ਪਰਦੇਸੀ ਹੋਈਏ ਆਪਣਾ ਦੇਸ਼ ਨਹੀਂ ਭੰਡੀਦਾ। ਜਿਹੜਾ ਦੇਸ਼ ਸਾਡਾ ਤਖਤ ਢਾ ਰਿਹਾ, ਜਿਹੜਾ ਦੇਸ਼ ਸਾਡੇ ਪਿੰਡਾਂ 'ਚੋਂ ਜਵਾਨੀ ਨੂੰ ਕਤਲ ਕਰ ਰਿਹਾ, ਜਿਸ ਦੇਸ਼ ਨੇ ਸਾਡੇ ਪਿੰਡਾਂ 'ਚ 12 14 ਸਾਲ ਬਰਾਤਾਂ ਨਹੀਂ ਚੜ੍ਹਨ ਦਿੱਤੀਆਂ, ਜਿਸ ਦੇਸ਼ ਨੇ ਸਾਡੇ ਇਸ਼ਟ ਨੂੰ ਗਲੀਆਂ 'ਚ ਖਿਲਾਰਤਾ, ਜਿਸ ਦੇਸ਼ ਦੀ ਤਾਕਤ ਨੇ ਸਾਡੇ ਬੇਕਸੂਰ ਨੌਜਵਾਨ ਭਰਾਵਾਂ ਨੂੰ ਜਵਾਨੀਆਂ 'ਚ ਉਹਨਾਂ ਦੀਆਂ ਉਮਰਾਂ ਨਿਗਾਹਤੀਆਂ, ਜਿਹੜਾ ਦੇਸ਼ ਨਿੱਤ ਆਏ ਦਿਨ ਤੁਹਾਨੂੰ ਇਹ ਰਿਲਾਈਜ਼ ਕਰਾਉਂਦਾ ਵੀ ਤੁਹਾਡਾ ਇੱਥੇ ਕੱਖ ਨਹੀਂ, ਤੁਹਾਨੂੰ ਮੈਂ ਜਲੀਲ ਕਰਕੇ ਛੱਡੂ ਹਰ ਵਕਤ। ਜੇ ਅਸੀਂ ਉਸ ਦੇਸ਼ ਨੂੰ ਸਵਾਲ ਕਰਦੇ ਹਾਂ, ਖਾਸ ਕਰਕੇ ਜਿਹਦੇ ਲਈ ਜੇ ਅਸੀਂ ਅੱਜ ਇਹ ਗੱਲ ਕਹੀਏ ਵੀ 95-98% ਸਿਰ ਦੇ ਕੇ ਅਸੀਂ ਜਿਹਨੂੰ ਖੜਾ ਕੀਤਾ ਹੋਵੇ, ਜਦੋਂ ਸਾਡੇ ਸਿਰ ਲਾਉਣ ਤੇ ਤੋਲਿਆ ਵੇ ਤੇ ਅਸੀਂ ਉਹ ਸਵਾਲ ਵੀ ਨਾ ਕਰ ਸਕੀਏ, ਅਸੀਂ ਉਹਨੂੰ ਸਵਾਲ ਕਰੀਏ ਉਸ ਮੁਲਕ ਨੂੰ ਵੀ ਤੂੰ ਇਹ ਸਾਡੇ ਲਈ ਕੀ ਕਰ ਰਿਹਾ। ਤੇ ਗੁਰਦਾਸ ਮਾਨ ਕਹਿੰਦਾ ਆਪਣਾ ਦੇਸ਼ ਨਹੀਂ ਵੰਡੀਦਾ, ਕਿਉਂਕਿ ਉਹਦੇ ਕੋਲ ਤਾਂ ਸਟੇਜਾਂ ਆ, ਉਹਦੇ ਤੇ ਸਿਰ ਦੇ ਉੱਤੇ ਉਹ ਕਿਰਤੀ ਲੋਕਾਂ ਦਾ ਪੈਸਾ ਵਰਦਾ, ਉਸ ਡੇਰੇ ਦੇ ਉੱਤੇ ਜਿਹੜਾ ਪੈਸਾ ਵਰਦਾ, ਮੈਨੂੰ ਇਹ ਕੋਈ ਬੰਦਾ ਦੱਸੇ ਕਿ ਉਹ ਡੇਰੇਦਾਰ ਘਰ ਛਾਪਦੇ ਆ ਜਾਂ ਉਹਨਾਂ ਨੂੰ ਸਰਕਾਰ ਨੇ ਦਿੱਤਾ। ਉਹ ਪੈਸਾ ਤੇ ਉਹੀ ਆ ਨਾ ਜਿਹੜਾ ਕਿਰਤੀ ਲੋਕਾਂ ਦੇ ਜੇਬਾਂ 'ਚੋਂ ਨਿਕਲ ਰਿਹਾ। ਉਸ ਪੈਸੇ ਦੇ ਹੇਠ ਜਦੋਂ ਗੁਰਦਾਸ ਮਾਨ ਦੱਬ ਹੁੰਦਾ ਨਾ ਤਾਂ ਉਹਦੀ ਮੱਤ ਮਾਰੀ ਜਾਂਦੀ। ਫਿਰ ਉਹ ਡੇਰੇ ਦੇ ਸੰਚਾਲਕ ਜਾਂ ਡੇਰੇ ਨੂੰ ਤਾਕਤ ਦੇਣ ਵਾਲੀਆਂ ਜਿਹੜੀਆਂ ਪਿੱਛੇ ਤਾਕਤਾਂ ਜੋ ਗੁਰਦਾਸ ਮਾਨ ਤੋਂ ਕਹਾਉਣਾ ਚਾਹੁੰਦੀਆਂ, ਗੁਰਦਾਸ ਮਾਨ ਉਹ ਕਹਿੰਦਾ। ਤੁਸੀਂ ਇਹ ਦੇਖੋ, ਗੁਰਦਾਸ ਮਾਨ ਜਦੋਂ ਸਟੇਜ 'ਤੇ ਚੜ੍ਹਦਾ ਨਾ ਤੇ ਮੌਕੇ 'ਤੇ ਜਿਹੜੇ ਹਾਜ਼ਰ, ਜਿਹੜੇ ਪ੍ਰੈਜ਼ੈਂਟ ਜੱਜ ਆ, ਰਿਟਾਇਰਡ ਨਹੀਂ, ਜਿਹੜੇ ਔਨ ਡਿਊਟੀ ਜੱਜ ਆ, ਉਹਨੂੰ ਹੱਥ ਫੜ ਕੇ ਸਟੇਜ 'ਤੇ ਚਾੜ੍ਹਦੇ। ਤੇ ਤੁਸੀਂ ਦੱਸੋ ਵੀ ਉਹ ਜਿਹੜੇ ਜੱਜ ਆ ਜਾਂ ਜਿਹੜੀਆਂ ਉਹ ਐਡੀਆਂ ਤਾਕਤਾਂ, ਉਹ ਗੁਰਦਾਸ ਮਾਨ ਨੂੰ ਤੱਤੀ ਵਾਹ ਲੱਗਣ ਦੇਣਗੀਆਂ? ਇੱਥੋਂ ਪਤਾ ਲੱਗਦਾ ਕਿ ਇੰਡੀਆ ਦੀ ਜਿਹੜੀ ਨਿਆਂ ਪ੍ਰਣਾਲੀ, ਕਾਨੂੰਨ ਪ੍ਰਣਾਲੀ ਆ, ਇਹ ਬਿਲਕੁਲ ਨਿਰਪੱਖ ਨਹੀਂ ਹੈਗੀ, ਇਹ ਪੱਖਪਾਤੀ ਆ, ਇਹ ਪੂੰਜੀਵਾਦਾਂ ਦੀ। ਤੇ ਜਿਹੜੇ ਸਟੇਟ ਦੇ ਟੂਲ ਆ ਉਹਨਾਂ ਲੋਕਾਂ ਦੀ ਪੁਸ਼ਤ ਪਨਾਹੀ ਕਰਦੇ ਆ, ਆਮ ਬੰਦੇ ਦੀ ਇੱਥੇ ਕੋਈ ਸੁਣਵਾਈ ਨਹੀਂ। ਇਹ ਇੱਥੋਂ ਦੇ ਹਾਲਾਤ ਹੈ ਜੀ, ਵਾਕਈ ਇਹ ਇੱਥੋਂ ਦੇ ਹਾਲਾਤ ਹੈਗੇ ਨੇ ਜਿਵੇਂ ਵੀਰ ਹੋਰਾਂ ਨੇ ਬਿਆਨ ਕੀਤੇ ਹੈਗੇ ਆ। ਮੈਂ ਜਿੰਨੇ ਵੀ ਸੱਜਣ ਗੱਲਬਾਤ ਨੂੰ ਸੁਣ ਰਹੇ ਨੇ, ਜਿਹੜੇ ਖਾਸ ਕਰਕੇ ਗੁਰਦਾਸ ਮਾਨ ਨੂੰ ਪਸੰਦ ਕਰਦੇ ਆ ਔਰ ਬਹੁਤ ਜ਼ਿਆਦਾ ਉਹਨਾਂ ਨੂੰ ਚੰਗਾ ਲੱਗਦਾ ਗੁਰਦਾਸ ਮਾਨ। ਮੈਂ ਥੋੜ੍ਹੇ ਦਿਨ ਪਹਿਲਾਂ ਵੀ ਗੱਲ ਕੀਤੀ ਸੀ, ਜਦੋਂ ਗੁਰਦਾਸ ਮਾਨ ਦਾ ਨਵਾਂ ਗੀਤ ਆਇਆ ਗੱਲ ਸੁਣੋ ਪੰਜਾਬੀ, ਉਹ ਥੱਲੇ ਮੈਂ ਇੱਕ ਦਿਨ ਮੈਨੂੰ ਸਬੱਬ ਬਣਿਆ ਮੈਂ ਸਾਰੇ ਕਮੈਂਟ ਪੜ੍ਹਨ ਦੀ, ਸਾਰੇ ਤਾਂ ਨਹੀਂ ਜਿੰਨੇ ਪੜ੍ਹ ਸਕਿਆ ਮੈਂ। ਬਹੁਤ ਸਾਰੇ ਲੋਕ ਉਹ ਸੀਗੇ ਜਿਹੜੇ ਮੈਨੂੰ ਕਹਿ ਰਹੇ ਸੀਗੇ ਕਿ ਤੂੰ ਚੰਗਾ ਨਹੀਂ ਕਰ ਰਿਹਾ ਹੈਗਾ, ਗੁਰਦਾਸ ਮਾਨ ਬਹੁਤ ਵਧੀਆ ਇਨਸਾਨ ਹੈਗਾ। ਮੈਂ ਉਹਦੇ ਵਿੱਚ ਵੀ ਕੁਝ ਸਵਾਲ ਕੀਤੇ ਸੀਗੇ, ਜਿਹੜੇ ਸਵਾਲ ਮਨਜੀਤ ਸਿੰਘ ਜੀ ਨੇ ਚੁੱਕੇ ਹੈਗੇ ਆ। ਮੈਂ ਅੱਜ ਫਿਰ ਤੁਹਾਨੂੰ ਸਵਾਲ ਕਰਨਾ ਚਾਹੁੰਦਾ ਹੈ ਕਿ ਕੀ ਤੁਹਾਡੇ ਕੋਲ ਇਹਨਾਂ ਸਵਾਲਾਂ ਦੇ ਜਵਾਬ ਹੈਗੇ ਨੇ? ਤੁਸੀਂ ਵੀ ਪੰਜਾਬ ਦੇ ਹੋ, ਤੁਹਾਡੇ ਨਾਂ ਦੇ ਪਿੱਛੇ ਵੀ ਕੌਰ ਲੱਗਦਾ, ਤੁਹਾਡੇ ਨਾਂ ਦੇ ਪਿੱਛੇ ਵੀ ਸਿੰਘ ਲੱਗਦਾ। ਕੀ ਤੁਸੀਂ ਇਹ ਸਾਰਾ ਕੁਝ ਬਰਦਾਸ਼ਤ ਕਰਦੇ ਹੋ ਕਿ ਪੰਜਾਬ ਦੀਆਂ ਹੱਕੀ ਤੇ ਵਾਜਬ ਮੰਗਾਂ ਦੇ ਵਾਸਤੇ ਸੰਘਰਸ਼ ਕਰਨ ਵਾਲਿਆਂ ਨੂੰ ਉਹ ਉੱਥੇ ਬੈਠ ਕੇ, ਜੇ ਵਿਦੇਸ਼ 'ਚ ਬੈਠ ਕੇ ਕੋਈ ਇੱਥੇ ਗੱਲ ਕਰਦਾ ਕਿ ਸਾਡੇ ਨਾਲ ਧੱਕਾ ਕਰਦੀ ਇੱਥੋਂ ਦੀ ਹਕੂਮਤ, ਤੇ ਉਹਨਾਂ ਨੂੰ ਜੇ ਉਹ ਇਹ ਗੱਲ ਆਖੇ ਕਿ ਲੱਖ ਪਰਦੇਸੀ ਹੋਈਏ ਆਪਣਾ ਮੁਲਕ ਨਹੀਂ ਭੰਡੀਦਾ, ਤੁਸੀਂ ਵੀ ਬਾਹਰ ਰਹਿੰਦੇ ਹੋ, ਕੀ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਮੁਲਕ ਦੇ ਵਿੱਚ ਤੁਹਾਡੇ ਪਿੱਛੇ ਪਰਿਵਾਰਾਂ ਦੇ ਨਾਲ ਇੱਥੋਂ ਦੀ ਹਕੂਮਤ ਵਧੀਕੀ ਕਰੇ ਤੇ ਤੁਸੀਂ ਵਿਦੇਸ਼ ਬੈਠ ਕੇ ਹਾਂ ਦਾ ਨਾਰਾ ਵੀ ਨਾ ਮਾਰ ਸਕੋ? ਜੇ ਤੁਹਾਨੂੰ ਆਹ ਗੱਲ ਠੀਕ ਲੱਗਦੀ ਹੈ ਤਾਂ ਫਿਰ ਗੁਰਦਾਸ ਮਾਨ ਜਿੰਦਾਬਾਦ ਲਿਖ ਦਿਓ, ਜੇ ਨਹੀਂ ਤਾਂ ਤੁਸੀਂ ਆਪਣੀ ਰਾਏ ਜ਼ਰੂਰ ਦਿਓ। ਮੇਰੇ ਨਾਲ ਸਰਦਾਰ ਨੋਬਲਜੀਤ ਸਿੰਘ ਜੀ ਹੈਗੇ ਨੇ, ਮੈਂ ਥੋੜ੍ਹੀ ਜਿਹੀ ਉਹਨਾਂ ਨਾਲ ਵੀ ਗੱਲ ਕਰੂੰਗਾ। ਉਹਨਾਂ ਤੋਂ ਪਹਿਲਾਂ ਮੈਨੂੰ ਲੱਗਦਾ ਮਨਜੀਤ ਸਿੰਘ ਜੀ ਕੁਝ ਹੋਰ ਕਹਿਣਾ ਚਾਹੁੰਦੇ। ਦੇਖੋ, ਜਿਹੜਾ ਗੁਰਦਾਸ ਮਾਨ ਦਾ ਹੁਣ ਗੀਤ ਆਇਆ ਨਾ ਲੇਟੈਸਟ, ਗੱਲ ਸੁਣੋ ਪੰਜਾਬੀ, ਉਹ ਗਾਣੇ ਦੇ ਪੂਰੇ ਗਾਣੇ ਦੇ ਉੱਤੇ ਮੈਂ ਇੰਟਰਵਿਊ ਕਰ ਸਕਦਾ, ਉਹਦੀ ਇੱਕ ਗਾਣੇ ਦੀ ਇੱਕ ਗੱਲ ਦਾ ਜਵਾਬ ਆਪਾਂ ਉੱਤੇ ਦੇ ਸਕਦੇ, ਇੱਕ ਪੁਆਇੰਟ ਬਣਾ ਕੇ। ਮੈਨੂੰ ਲੱਗਦਾ ਪੂਰੇ ਦੇ ਪੂਰੇ ਗਾਣੇ ਦੇ ਉੱਤੇ ਇੱਕ ਇੰਟਰਵਿਊ ਆਪਾਂ ਕਰ ਸਕਦੇ ਹਾਂ। ਉਹ ਅਲੱਗ ਤੋਂ ਕਰ ਲਾਂਗੇ ਕਿਉਂਕਿ ਆਪਣੀ ਗੱਲ ਨਹੀਂ ਤਾਂ ਅਦਰਵਾਈਜ਼ ਬਹੁਤ ਲੰਮੀ ਚੱਲ ਜਾਣੀ। ਪਰ ਇਹ ਦੇਖੋ, ਇਹ ਉਹ ਬੰਦੇ ਆ ਜਿਹੜੇ 1984 ਦੇ ਵਿੱਚ, ਜਿਹਦਾ ਸਭ ਤੋਂ ਵੱਡਾ ਕਾਤਲਾਂ ਦੇ ਵਿੱਚੋਂ ਨਾਮ ਆਉਂਦਾ ਵੀ KPS ਗਿੱਲ ਵਰਗੇ ਬੰਦੇ ਜੀ, ਜਿਨ੍ਹਾਂ ਨੂੰ ਬੁੱਚੜ ਕਹਿ ਕੇ ਸੰਬੋਧਨ ਕਰਦੀ ਆ ਸਾਡੀ ਕੌਮ ਜੀ, ਇਹ ਉਹਨਾਂ ਦੀਆਂ ਮਹਿਫਲਾਂ ਦੇ ਸ਼ਿੰਗਾਰ ਬਣਦੇ ਰਹੇ ਕਲਾਕਾਰ ਆ। ਇਕੱਲਾ ਇਹ ਨਹੀਂ, ਇਹਦੇ ਨਾਲ ਹੋਰ ਵੀ ਬੜੇ ਸੀ ਜੀ, ਜਿਨ੍ਹਾਂ ਨੂੰ ਅੱਜ ਪੰਜਾਬ ਦੇ ਵਿੱਚ, ਕਿਉਂਕਿ ਇਹ ਗੱਲਾਂ ਕਈ ਓਪਨ ਨਹੀਂ ਹੁੰਦੀਆਂ, ਲੋਕਾਂ ਨੂੰ ਬਹੁਤਿਆਂ ਨੂੰ ਨਹੀਂ ਪਤਾ ਹੁੰਦਾ, ਪਰ ਇਹ ਉਹ ਬੰਦੇ ਆ ਜਦੋਂ ਸਟੇਟ ਤੈਨੂੰ ਦੱਬਦੀ ਆ ਨਾ ਕਿਸੇ ਇੱਕ ਪੱਖ ਤੋਂ ਨਹੀਂ, ਜਦੋਂ ਸਟੇਟ ਸਾਨੂੰ ਪੁਲਿਸ ਦੇ ਜ਼ਰੀਏ
ਹਥਿਆਰਾਂ ਦੇ ਨਾਲ ਗੋਲੀਆਂ ਮਾਰ ਰਹੀ ਸੀ ਨਾ, ਉਦੋਂ ਸਾਨੂੰ ਉਹ ਪੋਲੀਟੀਕਲ ਤਰੀਕੇ ਦੇ ਨਾਲ ਵੀ ਮਾਰ ਰਹੀ ਸੀ, ਉਦੋਂ ਸਾਨੂੰ ਐਜੂਕੇਸ਼ਨ ਅਦਾਰਿਆਂ 'ਚ ਵੀ ਮਾਰ ਰਹੀ ਸੀ। ਉਦੋਂ ਹੀ ਉਹਨਾਂ ਨੇ ਜਿਹੜਾ ਇਹ ਲੱਚਰਤਾ ਵਾਲਾ ਕੰਮ ਵੀ ਹੈ ਨਾ, ਉਦੋਂ ਬੜੀ ਤਾਕਤ ਦਿੱਤੀ ਹੈ ਇਸ ਚੀਜ਼ ਨੂੰ, ਬਹੁਤ ਜ਼ਿਆਦਾ। ਉਹਨਾਂ ਨੇ ਪਿੰਡਾਂ ਦੇ ਵਿੱਚ ਪ੍ਰੋਗਰਾਮ ਕਰਵਾਏ ਆ, ਸਟੇਟ ਨੇ ਬਕਾਇਦਾ ਪਿੰਡਾਂ 'ਚ ਸਟੇਜਾਂ ਲਵਾਈਆਂ ਆ ਵੀ ਲੋਕਾਂ ਨੂੰ ਧਰਮ ਨਾਲੋਂ ਤੋੜ ਕੇ ਇੱਧਰਲੇ ਪਾਸੇ ਨੂੰ, ਲੱਚਰਤਾ ਵਾਲੇ ਪਾਸੇ ਨੂੰ, ਕਲਚਰ ਦੇ ਨਾਂ ਦੇ ਉੱਤੇ, ਜਦ ਕਿ ਸਾਡਾ ਇਹ ਕਲਚਰ ਹੀ ਨਹੀਂ। ਸਾਡਾ ਕਲਚਰ ਤੇ ਮਿਲ ਬੈਠ ਕੇ ਵੰਡ ਛਕਣ ਦਾ, ਕਿਰਤ ਕਰਨ ਦਾ, ਨਾਮ ਜਪਣ ਦਾ ਸਾਡਾ ਕਲਚਰ ਹੈ। ਇਹ ਹੱਸਣ ਖੇਡਣ ਮਨ ਕਾ ਚਾਓ, ਤੇ ਅਸੀਂ ਮਨਮੁਖ ਨਹੀਂ ਆ, ਇਹ ਮਨ ਦੀਆਂ ਗੱਲਾਂ ਹੈ। ਅਸੀਂ ਗੁਰਸਿੱਖ ਹਾਂ, ਅਸੀਂ ਗੁਰੂ ਦੀ ਸਿੱਖਿਆ ਦੇ ਅਨੁਸਾਰ ਚੱਲਣਾ। ਤੇ ਇਹਨਾਂ ਨੇ ਉਸ ਜਿਹੜੀਆਂ ਚੀਜ਼ਾਂ ਜਿਹੜੀਆਂ ਮਨਮੁਖੀ ਵਾਲੇ ਪਾਸੇ ਨੂੰ ਸਾਨੂੰ ਤੋਰਨ, ਉਹਦੇ ਲਈ ਇਹਨਾਂ ਨੇ ਪੂਰਾ ਜ਼ੋਰ ਲਾਇਆ, ਤੇ ਇਹ ਮੇਨ ਟੂਲ ਸੀ ਉਸ ਟਾਈਮ ਦੇ ਉੱਤੇ। ਜੀ ਵਾਕਈ ਨੋਬਲਜੀਤ ਸਿੰਘ ਜੀ ਕੁਝ ਕਹਿਣਾ ਚਾਹੁੰਦੇ ਹੋ? ਜਿਵੇਂ ਵੀਰ ਹੋਰਾਂ ਦਾ ਕਹਿਣਾ ਹੈਗਾ ਕਿ ਭੇਡਾਂ ਦੇ ਝੁੰਡ ਜਿਹੜੇ ਹੈਗੇ ਉਹ ਤੇ ਬਹੁਤ ਵੱਡੇ ਹੁੰਦੇ ਆ, ਪਰ ਸ਼ੇਰ ਘੱਟ ਗਿਣਤੀ 'ਚ ਹੀ ਹੁੰਦੇ ਹੈਗੇ ਆ। ਪਰ ਜਿੱਦਣ ਮੈਨੂੰ ਚੇਤਾ ਹੈਗਾ ਕਿ ਗੁਰਦਾਸ ਮਾਨ ਦੇ ਖਿਲਾਫ ਮੁਕੱਦਮਾ ਦਰਜ ਹੋਇਆ ਸੀਗਾ, ਉਦਣ ਦਿੱਲੀ ਅੰਮ੍ਰਿਤਸਰ ਹਾਈਵੇ ਜਾਮ ਕੀਤਾ ਗਿਆ ਸੀਗਾ। ਮਤਲਬ ਬੜੀ ਲੰਬੀ ਜਦੋਜਹਿਦ ਕਰਨ ਤੋਂ ਬਾਅਦ, ਉਹ ਤੋਂ ਪਹਿਲਾਂ ਵੀ 4-5 ਦਿਨ ਧਰਨਾ ਸਾਰਾ ਕੁਝ ਚੱਲਦਾ ਰਿਹਾ, ਪਰ ਹਾਈਵੇ ਜਾਮ ਕਰਨ ਤੋਂ ਬਾਅਦ ਇਹ FIR ਦਰਜ ਹੋ ਪਾਈ ਸੀਗੀ। ਉਦਣ ਸਿੰਘ ਵੱਡੀ ਗਿਣਤੀ ਵਿੱਚ ਹਾਜ਼ਰ ਸੀਗੇ। ਆਪਾਂ ਅਕਸਰ ਇਹ ਗੱਲ ਸੁਣਦੇ ਹਾਂ ਔਰ ਕਹਿੰਦੇ ਵੀ ਹੈਗੇ ਆ ਕਿ ਉਸ ਵੇਲੇ ਤਾਂ ਤੁਸੀਂ ਇਕੱਠੇ ਹੋ ਜਾਂਦੇ ਹੋ, ਪਰ ਜਦੋਂ ਕੋਰਟਾਂ ਕਚਹਿਰੀਆਂ ਵਿੱਚ ਤਰੀਕਾ ਭੁਗਤਣ ਜਾਣਾ ਹੁੰਦਾ, ਪੈਰਵਾਈ ਕਰਨੀ ਹੁੰਦੀ ਹੈ, ਜਦੋਂ ਉਸ ਵੇਲੇ ਤੁਸੀਂ ਇਕੱਲੇ ਹੀ ਰਹਿ ਜਾਂਦੇ ਹੈਗੇ ਹੋ। ਸੋ ਮੈਨੂੰ ਲੱਗਦਾ ਕਿ ਇਕੱਲੇ ਕਹਿਰੇ ਤੁਰੇ ਫਿਰਦੇ ਹੈਗੇ। ਕੁਝ ਕਹਿਣਾ ਚਾਹੁੰਦੇ ਹੋ ਆਪਣਿਆਂ ਨੂੰ? ਦੇਖੋ, ਜਿਹੜਾ ਇਹ ਸਾਰਾ ਹੀ ਘਟਨਾਕ੍ਰਮ ਵਾਪਰਿਆ ਨਾ, ਇਹਦੇ ਵਿੱਚ ਪ੍ਰਸ਼ਾਸਨ ਨੇ ਸਾਡੇ ਨਾਲ ਧੋਖਾ ਕੀਤਾ। ਉਹਨਾਂ ਨੇ ਪਹਿਲਾਂ ਹੀ ਇਹ ਸਾਰਾ ਕੁਝ ਪਹਿਲਾਂ ਹੀ ਪਲਾਨ ਕੀਤਾ ਹੋਇਆ ਸੀਗਾ ਵੀ ਅਸੀਂ ਇਹਦੇ 'ਤੇ ਇੱਦਾਂ ਫਰਜ਼ੀ ਇੱਕ FIR ਦਰਜ ਕਰ ਦਾਂਗੇ, ਸਿੱਖਾਂ ਦਾ ਗੁੱਸਾ ਠੰਡਾ ਹੋ ਜਾਊਗਾ, ਇਹ ਆਪਣੇ ਘਰਾਂ ਨੂੰ ਚਲ ਜਾਣਗੇ, ਇੱਦਾਂ ਅਸੀਂ ਜ਼ਮਾਨਤ ਲੈ ਲਾਂਗੇ। ਕਿਉਂਕਿ ਇਹਦੀ ਜਦੋਂ ਅਸੀਂ ਜਿਹੜੀ ਲੋਅਰ ਕੋਰਟ ਸੀ ਇਹਦੀ, ਉਹਦੇ 'ਚੋਂ ਅਸੀਂ ਜ਼ਮਾਨਤ ਇਹਦੀ ਰੱਦ ਕਰਵਾਤੀ ਸੀਗੀ, ਅਤੇ ਇਹਨੇ ਫਿਰ ਬੜੀ ਆਸਾਨੀ ਦੇ ਨਾਲ ਹਾਈ ਕੋਰਟ 'ਚੋਂ ਇਹ ਜ਼ਮਾਨਤ ਲੈ ਗਿਆ। ਕਰੋਨਾ ਦਾ ਦੌਰ ਸੀਗਾ ਉਦੋਂ, ਉਹਦੇ ਵਿਹਾਫ 'ਤੇ ਲੈ ਗਿਆ, ਉਹਨੂੰ ਫਿਰ ਇਹਨੇ ਕੰਟੀਨਿਊ ਵੀ ਰੱਖਿਆ। ਉਹ ਤਾਂ ਹੋ ਗਿਆ, ਚਲੋ ਪ੍ਰਸ਼ਾਸਨ ਨੇ ਉਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਪਹਿਲਾਂ ਵੀਰ ਹੋਰੀ ਗੱਲ ਕਰੀ ਹਟਿਆ। ਮੈਂ ਤੁਹਾਡੇ ਕੋਲ, ਜੇ ਪਹਿਲੇ ਦਿਨ ਤੁਸੀਂ ਇਕੱਠੇ ਹੋ ਕੇ FIR ਦਰਜ ਕਰਵਾ ਸਕਦੇ ਆ, ਅਤੇ ਉਹਨੂੰ ਫਿਰ ਜੇਲ੍ਹ ਦੀਆਂ ਸਲਾਖਾਂ ਦੇ ਅੰਦਰ ਪਹੁੰਚਾਉਣ ਵਾਸਤੇ ਉੱਥੇ ਤੱਕ ਵੀ ਤਾਂ ਪੂਰਾ ਜ਼ੋਰ ਲਾਉਣਾ ਚਾਹੀਦਾ ਨਾ। ਆਪਣੇ ਜਿਹੜੇ ਬੰਦੇ ਮੁੜ ਕੇ ਘਰ ਜਾ ਕੇ ਬਹਿ ਜਾਂਦੇ ਆ, ਪੈਰਵਾਈ ਨਹੀਂ ਕਰਦੇ ਹੈਗੇ ਮਗਰ ਪੂਰੇ ਉਸ ਤਰੀਕੇ ਦੇ ਨਾਲ, ਆਪਣਿਆਂ ਨੂੰ ਥੋੜ੍ਹਾ ਜਿਹਾ ਜ਼ਰੂਰ ਕੁਛ ਨਾ ਕੁਛ ਕਹਿ ਕੇ ਜਾਓ। ਦੇਖੋ, ਉਦਣ ਜਿਸ ਦਿਨ ਇੱਕ ਜਿਹੜਾ ਮੋਰਚਾ ਸੀਗਾ, ਅਸੀਂ ਜਿਹੜਾ 5 ਦਿਨ ਚੱਲਿਆ, ਬਲਬੀਰ ਸਿੰਘ ਮੁੱਛਲ ਸੀਗੇ, ਉਹਦੇ ਵਿੱਚ ਸਤਿਕਾਰ ਕਮੇਟੀਆਂ ਸੀਗੀਆਂ, ਉਹਦੇ ਵਿੱਚ ਅਸੀਂ ਵੀ ਸੀਗੇ, ਬਹੁਤ ਸਾਰੀਆਂ ਸੰਸਥਾਵਾਂ ਦੇ ਵਿੱਚ ਇਨਵੋਲਵ ਸੀ। ਦੂਜੇ ਪਾਸੇ ਜਿੱਦਣ ਇਹ ਪਰਮਜੀਤ ਸਿੰਘ ਅਕਾਲੀ, ਇਹ ਭਾਈ ਅਮਰੀਕ ਸਿੰਘ ਜੀ ਅਤੇ ਹੋਰ ਵੀ ਬਹੁਤ ਸਾਰੇ ਜਿਹੜੀਆਂ ਜਥੇਬੰਦੀਆਂ ਸੀ, ਉਹਨਾਂ ਨੇ ਉੱਥੇ ਥਾਣੇ ਜਾ ਕੇ ਇਹਨਾਂ ਨੇ ਉਹਨਾਂ 'ਤੇ ਪ੍ਰੈਸ਼ਰ ਬਿਲਡ ਕੀਤਾ, ਅਤੇ ਫਿਰ ਅਸੀਂ ਸਾਰਾ ਮਤਲਬ ਇਕੱਠੇ ਹੋ ਕੇ ਉਹ ਇਹ ਜਾਮ ਕਰਤਾ ਸੀਗਾ ਹਾਈਵੇ। ਤਾਂ ਉਸ ਤੋਂ ਬਾਅਦ ਇਹ FIR ਜਿਹੜੀ ਦਰਜ ਹੋਈ ਸੀਗੀ, ਅਤੇ ਅਸੀਂ ਇਹਨੂੰ ਰਨ ਕੀਤਾ ਉਸ ਤੋਂ ਬਾਅਦ। ਅਤੇ ਮੈਨੂੰ ਦੇਖੋ, ਆਪਾਂ ਨੂੰ ਇਹ ਗੱਲ ਦਾ ਦੁੱਖ ਤਾਂ ਹੈਗਾ ਹੀ ਆ ਵੀ ਜੇ ਅਸੀਂ ਮਤਲਬ 5 ਦਿਨ ਉੱਥੇ ਇਕੱਠੇ ਬਹਿ ਸਕਦੇ ਹਾਂ, ਫਿਰ ਅਸੀਂ ਹਾਈਵੇ ਜਾਮ ਕਰ ਸਕਦੇ। ਫਿਰ 2 ਵਾਰ ਉਹਨਾਂ ਨੂੰ ਅਲਟੀਮੇਟਮ ਦਿੱਤਾ ਸੀ ਕਰ ਦਿਓ, ਜਦੋਂ ਉਹਨਾਂ ਨੇ ਦੂਜੀ ਵਾਰ ਨਹੀਂ ਕੀਤਾ, ਫਿਰ ਅਸੀਂ ਜਾ ਕੇ ਉਹ ਰੋਡ ਜਾਮ ਕੀਤਾ ਸੀਗਾ। ਅਤੇ ਮੈਂ ਅੱਜ ਵੀ ਤੁਹਾਡੇ ਚੈਨਲ ਦੇ ਜ਼ਰੀਏ ਮੈਂ ਉਹ ਸਾਰੇ ਸਿੰਘਾਂ ਨੂੰ ਬੇਨਤੀ ਕਰਦਾ ਵੀ ਇਕਜੁੱਟ ਹੋ ਜਾਓ। ਅਸੀਂ ਇਸ ਬੰਦੇ ਨੇ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਆ, ਇਹ ਬੰਦਾ ਕਿੱਡਾ ਵੀ ਕਿਉਂ ਨਾ ਹੋਵੇ, ਇਹਦੇ ਪਿੱਛੇ ਕਿੱਡਾ ਵੀ ਹੱਥ ਕਿਉਂ ਨਾ ਹੋਵੇ, ਪਰ ਅਸੀਂ ਉਸ ਗੁਰੂ ਦੀ ਜਿਹੜੀ ਬੇਅਦਬੀ ਆ, ਉਹਦਾ ਅਸੀਂ ਜਿਹੜਾ ਇਹਨੂੰ ਬਣਦੀ ਸਜ਼ਾ ਦਿਵਾਣੀ। ਸਜ਼ਾ ਤਾਂ ਬਹੁਤ ਵੱਡੀ ਗੱਲ ਆ, ਸਿੱਖ ਦੇ ਵਿੱਚ ਜੋ ਗੁਰੂ ਸਾਹਿਬ ਦਾ ਸਥਾਨ ਆ ਬਹੁਤ ਉੱਚਾ ਆ, ਪਰ ਇਹ ਸਿਸਟਮ ਦੇ ਵਿੱਚ ਜੋ ਸਜ਼ਾ ਆ ਬਹੁਤ ਨੀਵੀਂ ਆ, ਬਹੁਤ ਘੱਟ ਆ। ਪਰ ਉਹ ਘੱਟ ਵੀ ਨਹੀਂ, ਮਤਲਬ ਸਜ਼ਾ ਜਿਹੜੀ ਆ ਉਹਨੂੰ ਅਸੀਂ ਦਬਾ ਪਾ ਰਹੇ, ਕਿਉਂਕਿ ਜਿਹੜਾ ਸਿਸਟਮ ਆ ਸਾਰਾ ਸਿੱਖਾਂ ਦੇ ਐਂਟੀ ਖੜਾ ਜਾ ਕੇ। ਪਰ ਜੇ ਤੁਸੀਂ ਮੁਕੱਦਮਾ ਦਰਜ ਕਰਵਾ ਸਕਦੇ ਹੋ ਇਕਜੁੱਟ ਹੋ ਕੇ, ਇਕੱਠੇ ਹੋ ਕੇ, ਪ੍ਰੈਸ਼ਰ ਬਿਲਡ ਕਰਕੇ, ਤਾਂ ਤੁਸੀਂ ਆ ਵੀ ਸਾਰਾ ਕੁਝ ਕਰਵਾ ਸਕਦੇ ਹੋ ਜੇ ਤੁਸੀਂ ਕਰੋ। ਸਾਰੇ ਜਣੇ, ਸਾਰੀਆਂ ਸੰਸਥਾਵਾਂ, ਸਾਰੇ ਅਦਾਰੇ ਇਕੱਠੇ ਹੋਣ। ਨੋਬਲਜੀਤ ਸਿੰਘ ਜੀ, ਤੁਸੀਂ ਦੇਖੋ, ਅਕਸਰ ਹੀ ਮੈਂ ਵੇਖਦਾ ਇੱਦਾਂ ਹੁੰਦੀ ਆ, ਤੁਸੀਂ ਵੀ ਆਪਾਂ ਸਾਰੇ ਵੇਖਦੇ ਹੈਗੇ ਆ, ਜਦੋਂ FIR ਦਰਜ ਕਰਾਉਣੀ ਹੁੰਦੀ ਆ ਉਦੋਂ ਤੇ ਤੁਸੀਂ ਪ੍ਰੈਸ਼ਰ ਬਿਲਡ ਕਰ ਲੈਂਦੇ ਹੋ, ਪਰ ਜਦੋਂ ਪੈਰਵਾਈ ਕਰਨੀ ਹੁੰਦੀ ਹੈ ਨਾ, ਉਦੋਂ ਸਾਡੇ ਆਪਣੇ ਬੰਦੇ ਹੱਥ ਪਿੱਛੇ ਖਿੱਚ ਜਾਂਦੇ ਹੈਗੇ, ਉਦੋਂ ਘਰਾਂ 'ਚੋਂ ਨਹੀਂ ਨਿਕਲਦੇ ਹੈਗੇ। ਨਹੀਂ, ਦੇਖੋ, ਇਹ ਗੱਲ ਤੁਹਾਡੀ ਮਤਲਬ ਕਿਸੇ ਹੱਦ ਤੱਕ ਸਹੀ ਵੀ ਆ, ਕਿਉਂਕਿ ਸਟੇਟ ਦੇ ਜਿਹੜੇ ਹੱਥ ਆ, ਜਾਂ ਕਹਿ ਲਓ ਪ੍ਰਸ਼ਾਸਨ ਦੇ, ਜਾਂ ਇਹਨਾਂ ਕੋਲ ਬੜੇ ਹੱਥ ਕੰਡੇ ਹੁੰਦੇ ਆ, ਅਤੇ ਸਾਰੇ ਬੰਦੇ ਇੱਕੋ ਜਿਹੇ ਨਹੀਂ ਹੁੰਦੇ। ਉਹ ਕਈਆਂ ਨੂੰ ਲਾਲਚ ਬਸ, ਡਰਾ ਧਮਕਾ ਦਾ ਕਈ ਕੁਛ ਉਹ ਕਰਦੇ ਆ,
ਤੇ ਉਹ ਵੀ ਇਹ ਕਰਨ ਦਾ, ਜਿੱਥੇ ਅਸੀਂ ਸਾਰਿਆਂ ਨੂੰ ਇਕੱਠੇ ਕਰਨ ਦਾ ਯਤਨ ਕਰ ਰਹੇ ਹਾਂ ਵੀ ਅਸੀਂ ਇਕਮੁੱਠ ਹੋਈਏ, ਉੱਥੇ ਉਹ ਵੀ ਲੱਗੇ ਹੋਏ ਆ ਵੀ ਇਹਨਾਂ ਨੂੰ ਅਸੀਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜਾ ਆ ਉਹਨਾਂ ਨੂੰ ਮਤਲਬ ਇਹ ਪਿੱਛੇ ਧੱਕੀਏ ਵੀ ਇਹ ਜਿੱਦਾਂ ਅੱਜ ਇਹ ਕਲੋਜ਼ਿੰਗ ਰਿਪੋਰਟ ਉਹਨਾਂ ਨੇ ਦਿੱਤੀ ਆ ਵੀ ਇਹਨੂੰ ਅਸੀਂ ਰਫਾ ਦਫਾ ਕਰ ਦਈਏ, ਕਿਉਂਕਿ ਉਹ ਤਾਂ ਪਹਿਲੇ ਦਿਨ ਤੋਂ ਹੀ ਸਾਰਾ ਕੁਝ ਪਲਾਨ ਕਰਕੇ ਬੈਠੇ ਆ ਨਾ। ਅਸੀਂ ਤਾਂ ਪਹਿਲੇ ਦਿਨ ਤੋਂ ਅਸੀਂ ਇਹ ਲੜਾਈ ਲੜ ਰਹੇ ਆ ਵੀ ਉਹਨੂੰ ਜਿਹੜੇ ਆ ਆਪਣੇ ਕੀਤੇ ਗੁਨਾਹ ਦੀ ਉਹਨੂੰ ਸਜ਼ਾ ਮਿਲਣੀ ਚਾਹੀਦੀ ਆ। ਤੇ ਮੈਂ ਇਹੀ ਕਹਿ ਸਕਦਾ ਵੀ ਉਹ ਸਾਰੇ ਨਾਲ ਆਣ, ਜੇ ਆਣਗੇ ਤਾਂ ਬਹੁਤ ਚੰਗੀ ਗੱਲ ਆ, ਪਰ ਜੇ ਨਹੀਂ ਵੀ ਆਉਂਦੇ ਤਾਂ ਵੀ ਅਸੀਂ ਆਪਣੀ ਲੜਾਈ ਜਿਹੜੀ ਆ ਨਿਰਵਿਘਨ ਜਾਰੀ ਰੱਖਾਂਗੇ। ਦੂਸਰੀ ਗੱਲ ਆ ਵੀ ਜਿਹੜੀਆਂ ਵੱਡੀਆਂ ਸੰਸਥਾਵਾਂ ਆ ਇੱਥੇ ਮਤਲਬ ਜਿੱਦਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ, ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਥੇਦਾਰ ਆ, ਜਾਂ ਹੋਰ ਵੱਡੀਆਂ ਸੰਸਥਾਵਾਂ ਆ, ਜਦੋਂ ਇਹਨਾਂ ਵੱਲ ਨੂੰ ਅਸੀਂ ਦੇਖਦੇ ਹਾਂ ਤਾਂ ਫਿਰ ਬੜਾ ਦੁੱਖ ਹੁੰਦਾ ਵੀ ਇਹ ਵੀ ਸਟੇਟ ਦੀ ਕਿਤੇ ਨਾ ਕਿਤੇ ਨੀਤੀ ਦਾ ਹਿੱਸਾ ਹੀ ਲੱਗਦੀਆਂ, ਕਿਉਂਕਿ ਜਦੋਂ ਉਹ ਰਿਐਕਟ ਹੀ ਨਹੀਂ ਕਰਦੀਆਂ ਮਤਲਬ ਇਹ ਫਿਰ ਤਾਂ ਇਹ ਖਤਮ ਹੀ ਹੋ ਗਈਆਂ। ਆਮ ਸਧਾਰਨ ਸਿੱਖ ਜਿਹੜੇ ਆ ਉਹ ਸਾਰੀ ਜਰਾ ਲੜਾਈ ਲੜ ਰਹੇ ਆ। ਭਲਾ ਉਹ ਸੁਖਰਾਜ ਸਿੰਘ ਬੈਠਾ ਹੋਇਆ ਆ, ਭਲਾ ਗੁਰਸੇਵਕ ਸਿੰਘ ਫੌਜੀ ਸੀਗਾ, ਭਲਾ ਦਵਿੰਦਰ ਸਿੰਘ ਸਤਕਾਰ ਕਮੇਟੀ ਵਾਲੇ ਜਿਹੜੇ ਉਹ ਮਹਾਰਾਜ ਦੇ ਸਰੂਪ ਉੱਧਰ ਇਹ ਲੈ ਕੇ ਆਏ ਬਿਹਾਰ ਦੇ ਵਿੱਚੋਂ, ਉਹ ਸਾਰਾ ਕੰਮ ਕਰਕੇ ਆਏ ਆ। ਭਲਾ ਅਸੀਂ ਆ ਸਿੱਖ ਜਿਹੜੇ ਹੈਗੇ ਆ ਜਿਹੜੇ ਜਿਹੜਾ ਗੁਰੂ ਅਮਰਦਾਸ ਜੀ ਦੇ ਬਾਰੇ ਇਸ ਗੁਰਦਾਸ ਮਾਨ ਨੇ ਜਿਹੜੀ ਗੱਲ ਕਹੀ ਆ ਉਹਦੇ ਖਿਲਾਫ ਅਸੀਂ ਕੋਰਟ 'ਚ ਲੜ ਰਹੇ ਆ, ਤੇ ਸਾਰੇ ਆਮ ਹੀ ਸਿੱਖ ਲੜ ਰਹੇ ਆ। ਤੇ ਫਿਰ ਇਹ ਕੀ ਸੰਸਥਾਵਾਂ ਕਰ ਰਹੀਆਂ? ਮੈਨੂੰ ਲੱਗਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਪਰ ਵੀ ਇੱਕ ਬਹੁਤ ਵੱਡਾ ਸਵਾਲ ਹੈਗਾ ਵੀ ਤੁਹਾਡੇ ਕੋਲ ਬਜਟ ਹੈਗਾ, ਖਾਲਸਾ ਪੰਥ ਨੇ ਤੁਹਾਨੂੰ ਵੋਟਾਂ ਪਾ ਕੇ ਚੁਣਿਆ ਹੈਗਾ, ਜ਼ਿੰਮੇਵਾਰੀ ਤੁਹਾਡੀ ਬਣਦੀ ਸੀਗੀ ਔਰ ਇਹ ਸਾਰੇ ਤੁਹਾਡਾ ਸਾਥ ਦੇ ਸਕਦੇ ਸੀਗੇ, ਪਰ ਤੁਸੀਂ ਉਹਨਾਂ ਜ਼ਿੰਮੇਵਾਰੀਆਂ ਨੂੰ ਨਹੀਂ ਨਿਭਾ ਰਹੇ। ਔਰ ਜਿਹੜੇ ਆਮ ਕਿਰਤੀ ਸਿੰਘ ਹੈਗੇ ਆ ਉਹ ਪੰਥਕ ਮਸਲਿਆਂ ਦੇ ਉੱਪਰ ਸਟੈਂਡ ਕਰਦੇ ਹੈਗੇ ਆ ਔਰ ਉਹ ਯਤਨਸ਼ੀਲ ਵੀ ਹੈਗੇ ਨੇ। ਜਾਂਦੇ ਵਕੀਲ ਸਾਹਿਬ, ਮੈਨੂੰ ਲੱਗਦਾ ਕਿ ਜਦੋਂ ਵਕੀਲ ਕੋਈ ਵੀ ਯੋਧਾ ਜਿਹੜਾ ਹੈਗਾ ਮੈਦਾਨ ਦੇ ਵਿੱਚ ਜਦੋਂ ਗੱਜਦਾ ਹੈਗਾ ਤੇ ਉਹ ਫਿਰ ਜਦੋਂ ਜਿੱਤਦਾ ਹੈਗਾ ਤੇ ਫਿਰ ਕੌਮ ਤਾਰੀਫਾਂ ਕਰਦੀ ਆ, ਔਰ ਇੱਕ ਵਕੀਲ ਜਿਹੜਾ ਹੈਗਾ ਜਦੋਂ ਉਹ ਕਚਹਿਰੀ ਵਿੱਚ ਜੱਜ ਦੇ ਸਾਹਮਣੇ ਬੁੱਕਦਾ ਹੈਗਾ ਤੇ ਫਿਰ ਕੌਮ ਉਮੀਦ ਕਰੇ ਕਿ ਤੁਸੀਂ ਗੁਰਦਾਸ ਮਾਨ ਨੂੰ ਜ਼ਰੂਰ ਇੱਕ ਵਾਰ ਤੇ ਜੇਲ੍ਹ ਦੇ ਗੇਟ ਦੇ ਅੰਦਰ ਪਹੁੰਚਾਈ ਦੋਗੇ। ਕੋਸ਼ਿਸ਼ ਇਹੀ ਹੈ, ਜੇ ਸਿੰਘਾਂ ਨੇ ਜ਼ੋਰ ਲਾਇਆ ਤੇ ਐਫ ਆਈ ਆਰ ਹੋਈ ਹੈ, ਜੇ ਸਿੰਘ ਸਟੈਂਡ ਤੇ ਰਹਿਣਗੇ ਅਸੀਂ ਵੀ ਆਪਣਾ ਸਟੈਂਡ ਨਹੀਂ ਛੱਡਦੇ, ਅਸੀਂ ਪੈਰ ਪਿੱਛੇ ਨਹੀਂ ਕਰਾਂਗੇ। ਸਾਡੀ ਪੂਰੀ ਕੋਸ਼ਿਸ਼ ਹੈ ਜਿਹੜੀ ਵੀ ਬਣਦੀ ਕਾਰਵਾਈ ਇਹਦੇ ਤੇ ਹੈ ਉਹ ਪੂਰੀ ਲਾਗੂ ਹੋਵੇਗੀ ਤੇ ਇਹਨੂੰ ਅਸੀਂ ਕੋਰਟ ਦੇ ਕਟਘਰੇ ਵਿੱਚ ਖੜਾ ਕਰਾਂਗੇ। ਤੁਹਾਡੇ ਤੱਕ ਕਦੀ ਉਹਨਾਂ ਨੇ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਹੋਵੇ ਕਿ ਵਕੀਲ ਸਾਹਿਬ ਪਿੱਛੇ ਹਟ ਜਾਓ ਥੋੜ੍ਹਾ ਜਿਹਾ? ਮੈਂ ਕਿਹਾ ਕਰ ਵੀ ਲੈਣਾ ਸੀ ਤਾਂ ਵੀ ਪੈਰ ਪਿੱਛੇ ਨਹੀਂ ਕਰਦੇ। ਸੋ ਖਾਲਸਾ ਜੀ, ਤੁਸੀਂ ਸੁਣੀਆਂ ਸਾਰੀਆਂ ਗੱਲਾਂ ਬਾਤਾਂ। ਉਮੀਦ ਕੀਤੀ ਜਾਣੀ ਚਾਹੀਦੀ ਹੈ ਜਾਂ ਉਮੀਦ ਕਰਨੀ ਬਣਦੀ ਹੈਗੀ ਆ ਕਿ ਜੇ ਹੁਣ ਸਿੰਘ ਸਾਰੇ ਜਾਣੇ ਚਾਰਾਜੋਈ ਕਰ ਰਹੇ ਨੇ ਤਾਂ ਗੁਰਦਾਸ ਮਾਨ ਉਹ ਜਿਹਨੇ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਤੀਜੇ ਪਾਤਸ਼ਾਹ ਜੀ ਦੇ ਨਾਲ ਤੁਲਨਾ ਕੀਤੀ ਸੀ। ਲਾਡੀ ਸ਼ਾਹ ਕੌਣ ਭਲਾ, ਕਈਆਂ ਨੂੰ ਸ਼ਾਇਦ ਨਾ ਪਤਾ ਹੋਊਗਾ, 1 2 3 4 ਕਿੱਥੇ ਮੈਨੂੰ ਲੱਗਦਾ ਜੇ ਇਹਦਾ ਬੀੜੀਆਂ ਜਿਹੜੇ ਸਿਗਰਟਾਂ ਪੀਂਦੇ ਹੈਗੇ ਆ ਉਹ ਲਾ ਲਓ, ਸੂਟੇ ਸੱਟ ਜੇ ਇੱਦਾਂ ਲਾਉਣ ਵਾਲੇ ਜਿਹਨਾਂ ਦੀ ਸ਼ਰਧਾ ਹੈਗੀ ਆ ਉਹ ਜਾਣ ਉੱਥੇ ਜਾਂਦੇ ਵੀ ਹੈਗੇ, ਵੱਡੀ ਗਿਣਤੀ 'ਚ ਜਾਂਦੇ ਆ। ਪਰ ਉਸ ਬਾਬੇ ਦੇ ਨਾਲ ਗੁਰਦਾਸ ਮਾਨ ਨੇ ਤੁਲਨਾ ਕੀਤੀ ਗੁਰੂ ਅਮਰਦਾਸ ਮਹਾਰਾਜ ਜੀ ਦੀ ਨਾਲ ਰਲਾਤਾ। ਖਾਲਸਾ ਪੰਥ ਦੀਆਂ ਭਾਵਨਾਵਾਂ ਹਰਟ ਹੋਈਆਂ ਨੇ, ਜਿਹਨੂੰ ਲੈ ਕੇ 295 ਦਾ ਪਰਚਾ ਦਰਜ ਹੋਇਆ। ਜਿਵੇਂ ਵੀਰਾਂ ਦਾ ਕਹਿਣਾ ਹੈਗਾ ਕਿ ਖਾਲਸਾ ਪੰਥ ਜੇ ਸਾਥ ਉਦੋਂ ਦਿੱਤਾ ਸੀਗਾ ਤਾਂ ਪਰਚਾ ਦਰਜ ਕਰਾਉਣ ਵਾਸਤੇ, ਤਾਂ ਅੱਜ ਵੀ ਖਾਲਸਾ ਪੰਥ ਨੂੰ ਜ਼ਰੂਰ ਉਸ ਤਰੀਕ ਤੇ ਉੱਥੇ ਹਾਜ਼ਰ ਹੋਣਾ ਚਾਹੀਦਾ ਤਾਂ ਕਿ ਗੁਰਦਾਸ ਮਾਨ ਨੂੰ ਚਾਹੇ ਬੰਬੇ ਬੈਠਾ ਹੋਵੇ ਉਹਦੇ ਤੱਕ ਖਬਰ ਜ਼ਰੂਰ ਪਹੁੰਚੇ ਕਿ ਸਿੰਘ ਮੇਰੇ ਪਿੱਛੇ ਲੱਗੇ ਹੋਇਆ। ਅਗਲੀ ਤਰੀਕ ਕਿੰਨੀ ਪਈ ਆ ਜੀ ਭਲਾ ਦੱਸ ਦਿਓ? 11 ਅਕਤੂਬਰ 2022 ਨੂੰ ਤਰੀਕ ਹੈ ਇਹਦੀ ਅਗਲੀ ਜੀ, ਤੇ ਉਦੋਂ ਜਿਹੜਾ ਬਿਆਨ ਦੇਣੇ ਆ ਤੇ ਅਸੀਂ ਸਾਰੇ ਉੱਧਰ ਬਿਆਨ ਦੇਣ ਜਾ ਰਹੇ ਜੀ। ਤੇ ਜਿਹੜੇ ਸਾਡੇ ਨਾਲ ਦੇ ਸਾਰੇ ਇਸ ਵੇਲੇ ਜਦੋਂ ਕੰਪਲੇਂਟ ਜਦੋਂ ਦਿੱਤੀ ਗਈ ਹੈ, ਜਿਨ੍ਹਾਂ ਨੇ ਉਸ ਵੇਲੇ ਸਾਡਾ ਸਾਥ ਦਿੱਤਾ, ਉਹ ਦੁਬਾਰਾ ਉੱਥੇ ਜ਼ਰੂਰ ਪਹੁੰਚਣ ਤੇ ਸਾਰੇ ਆਪਣਾ ਬਿਆਨ ਜ਼ਰੂਰ ਉੱਧਰ ਦੇਣ ਜੀ। ਸੋ ਦਰਸ਼ਕੋ, ਤੁਹਾਡਾ ਬਹੁਤ ਬਹੁਤ ਧੰਨਵਾਦ। ਖਾਸ ਕਰਕੇ ਗੁਰਦਾਸ ਮਾਨ ਦੇ ਜਿਹੜੇ ਫਾਲੋਅਰ ਜਾਂ ਫੈਨ ਹੈਗੇ ਨੇ ਉਹ ਜ਼ਰੂਰ ਇਸ ਮਸਲੇ ਦੇ ਉੱਪਰ ਆਪਣੀ ਕਮੈਂਟ ਕਰਕੇ ਰਾਏ ਦੇਣ ਕਿ ਉਹ ਇਸ ਸਾਰੇ ਮਾਮਲੇ ਦੇ ਬਾਰੇ ਕੀ ਸੋਚਦੇ ਨੇ, ਕਿ ਹਾਲੇ ਵੀ ਉਹਨਾਂ ਨੂੰ ਗੁਰਦਾਸ ਮਾਨ ਚੰਗਾ ਲੱਗਦਾ ਹੈ ਜਾਂ ਥੋੜ੍ਹਾ ਚੰਗਾ ਲੱਗਣੋਂ ਹਟ ਗਿਆ ਹੈ। ਧੰਨਵਾਦ।